ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੂਰੀ ਤਰ੍ਹਾਂ ਅਖਾੜਾ ਪੱਕਿਆ ਹੋਇਆ ਹੈ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ ਕਿ ਜਲੰਧਰ ਦੀ ਚੋਣ ਦੇ ਜ਼ਰੀਏ 2024 ਦਾ ਰਸਤਾ ਪੰਜਾਬ ਦੇ ਵਿੱਚ ਤੈਅ ਕੀਤਾ ਜਾ ਸਕੇ, ਇੱਕ ਸਿਆਸੀ ਜ਼ਮੀਨ ਤਿਆਰ ਕੀਤੀ ਜਾ ਸਕੇ। ਇਸੇ ਤਰ੍ਹਾਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਨੇ ਵੀ ਆਪਣੇ ਬਹੁਤ ਸਾਰੇ ਵੱਡੇ ਲੀਡਰ, ਵੱਡੇ ਚਿਹਰੇ ਜਿਹੜੇ ਨੇ ਉਹ ਜਲੰਧਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਅੱਜ ਕੌਨਕਲੇਵ 2023 ਜਲੰਧਰ ਦੀ ਜੰਗ ਦੇ ਵਿੱਚ ਮੌਜੂਦ ਰਹਿਣਗੇ। ਯੂਨੀਅਨ ਮਿਨਿਸਟਰ ਹਾਊਸਿੰਗ ਐਂਡ ਅਰਬਨ ਅਫੇਅਰਸ, ਪੈਟਰੋਲੀਅਮ ਐਂਡ ਗੈਸ ਹਰਦੀਪ ਸਿੰਘ ਪੁਰੀ ਸਾਹਿਬ ਦੇ ਨਾਲ ਜਲੰਧਰ ਚੋਣ ਨੂੰ ਲੈ ਕੇ ਖਾਸ ਚਰਚਾ ਕਰਾਂਗੇ। ਬੀਜੇਪੀ ਦਾ ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਕੀ ਹੈ ਤੇ ਬੀਜੇਪੀ ਦੀ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਕਿੱਥੇ ਇੱਕ ਠਹਿਰਦੀ ਹੋਈ ਉਹਨਾਂ ਨੂੰ ਨਜ਼ਰ ਆ ਰਹੀ ਹੈ। ਇਹਨਾਂ ਤਮਾਮ ਮੁੱਦਿਆਂ ਤੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਦੈਨਿਕ ਸਵੇਰਾ ਗਰੁੱਪ ਦੇ ਚੇਅਰਮੈਨ ਸ਼੍ਰੀ ਸ਼ੀਤਲ ਵਿਜ ਜੀ ਨੂੰ ਰਿਕੁਐਸਟ ਕਰਾਂਗਾ ਕਿ ਸਰ ਕਾਈਂਡਲੀ ਸਟੇਜ ਤੇ ਆਉਣ ਤੇ ਹਰਦੀਪ ਪੁਰੀ ਸਾਹਿਬ ਨੂੰ ਸਨਮਾਨਿਤ ਕਰਨ। ਸੋ ਹਰਦੀਪ ਸਿੰਘ ਪੁਰੀ ਸਾਹਿਬ ਦੇ ਨਾਲ ਅਸੀਂ ਜਲੰਧਰ ਚੋਣ ਨੂੰ ਲੈ ਕੇ ਸਾਰੀ ਚਰਚਾ ਕਰਾਂਗੇ, ਪਰ ਇਸ ਤੋਂ ਪਹਿਲਾਂ ਹਰਦੀਪ ਪੁਰੀ ਹੁਣਾਂ ਦੇ ਇੱਕ ਜੀਵਨ ਸਫ਼ਰ ਤੇ ਝਾਤ ਮਾਰਨੀ ਬਹੁਤ ਜ਼ਰੂਰੀ ਹੈਗੀ ਹੈ। ਉਸ ਤੇ ਵੀ ਇੱਕ ਇਹ ਵੀ ਅਸੀਂ ਪਲੇ ਕਰਾਂਗੇ। ਇੱਕ ਜੀਵਨ ਸਫ਼ਰ ਤੇ ਝਾਤ ਮਾਰੋ। ਇੱਕ IFS ਆਫਿਸਰ ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਆਏ ਤੇ ਰਾਜਨੀਤੀ ਦੇ ਵਿੱਚ ਉਹਨਾਂ ਨੇ ਕਾਮਯਾਬੀ ਦੀਆਂ ਪੌੜੀਆਂ ਕਿਸ ਤਰ੍ਹਾਂ ਦੇ ਨਾਲ ਚੜ੍ਹੀਆਂ, ਇੱਕ ਇਹ ਵੀ ਦੇ ਜ਼ਰੀਏ ਉਹਨਾਂ ਦੇ ਜੀਵਨ ਸਫ਼ਰ ਤੇ ਇੱਕ ਛੋਟੀ ਜਿਹੀ ਝਾਤ ਮਾਰਦੇ ਹਾਂ। ਹਰਦੀਪ ਸਿੰਘ ਪੁਰੀ ਦਾ ਜਨਮ 15 ਫਰਵਰੀ 1952 ਨੂੰ ਦਿੱਲੀ ਵਿੱਚ ਹੋਇਆ। 1974 ਬੈਚ ਦੇ IFS ਅਧਿਕਾਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਦੇ ਕਈ ਵੱਡੇ ਮੁਲਕਾਂ ਵਿੱਚ ਸੇਵਾਵਾਂ ਦਿੱਤੀਆਂ। ਹਰਦੀਪ ਪੁਰੀ ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਵੀ ਰਹੇ ਅਤੇ ਉਹਨਾਂ ਬ੍ਰਾਜ਼ੀਲ, ਜਾਪਾਨ, ਸ਼੍ਰੀਲੰਕਾ ਅਤੇ ਬ੍ਰਿਟਨ ਵਰਗੇ ਕਈ ਦੇਸ਼ਾਂ ਵਿੱਚ ਭਾਰਤੀ ਰਾਜਨਾਇਕ ਦੇ ਅਹੁਦੇ ਤੇ ਕੰਮ ਵੀ ਕੀਤਾ। ਸਾਲ 2011 ਤੋਂ 2013 ਤੱਕ ਉਹ ਸੰਯੁਕਤ ਰਾਸ਼ਟਰ ਪਰਿਸ਼ਦ ਦੀ ਅੱਤਵਾਦੀ ਵਿਰੋਧੀ ਕਮੇਟੀ ਦੇ ਚੇਅਰਮੈਨ ਵੀ ਰਹੇ। ਸਾਲ 2014 'ਚ ਹਰਦੀਪ ਪੁਰੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਇੱਥੋਂ ਸ਼ੁਰੂ ਹੋਇਆ ਉਹਨਾਂ ਦੀ ਸਿਆਸਤ ਦਾ ਕਾਮਯਾਬ ਸਫ਼ਰ। ਸਿਆਸੀ ਲੀਹਾਂ ਤੇ ਚੱਲਦੇ 3 ਸਤੰਬਰ 2017 ਨੂੰ ਹਰਦੀਪ ਪੁਰੀ ਨੂੰ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦਾ ਇੰਡੀਪੈਂਡੈਂਟ ਚਾਰਜ ਦਿੱਤਾ ਗਿਆ। ਇਸ ਤੋਂ ਬਾਅਦ ਮਈ 2019 ਦੇ ਵਿੱਚ ਹਰਦੀਪ ਪੁਰੀ ਨੂੰ ਸਿਵਲ ਐਵੀਏਸ਼ਨ ਅਤੇ ਮਿਨਿਸਟਰ ਆਫ ਸਟੇਟ ਫਾਰ ਕਾਮਰਸ ਐਂਡ ਇੰਡਸਟਰੀ ਦਾ ਐਡੀਸ਼ਨਲ ਚਾਰਜ ਵੀ ਮਿਲਿਆ, ਯਾਨੀ ਸਿਆਸਤ ਵਿੱਚ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਗਏ। ਕਰੀਬ 2 ਸਾਲ ਤੱਕ ਇਸ ਮੰਤਰਾਲੇ 'ਚ ਸੇਵਾਵਾਂ ਦੇਣ ਤੋਂ ਬਾਅਦ ਹਰਦੀਪ ਸਿੰਘ ਪੁਰੀ ਨੂੰ ਬਤੌਰ ਯੂਨੀਅਨ ਮਿਨਿਸਟਰ ਜੁਲਾਈ 2021 ਦੇ ਵਿੱਚ ਮਿਨਿਸਟਰ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਐਂਡ ਪੈਟਰੋਲੀਅਮ ਐਂਡ ਨੈਚੁਰਲ ਗੈਸ ਦਾ ਮੰਤਰਾਲਾ ਦਿੱਤਾ ਗਿਆ। ਇੰਨਾ ਹੀ ਨਹੀਂ, ਕਰੋਨਾ ਕਾਲ ਦੇ ਵਿੱਚ ਵੀ ਹਰਦੀਪ ਸਿੰਘ ਪੁਰੀ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ। ਦੁਨੀਆ ਭਰ ਦੇ ਵਿੱਚ ਫਸੇ ਹੋਏ ਭਾਰਤੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਬਤੌਰ ਸਿਵਲ ਐਵੀਏਸ਼ਨ ਮਿਨਿਸਟਰ ਹਰਦੀਪ ਪੁਰੀ ਨੇ ਆਪਣੇ ਫੇਸਬੁੱਕ ਲਾਈਵ ਦੇ ਜ਼ਰੀਏ ਭਾਰਤੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਕਰੀਬਨ ਇੱਕੋ ਸਮੇਂ ਦੇ ਵਿੱਚ 23 ਲੱਖ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰ ਕਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ਤੇ ਹੀ ਹੱਲ ਵੀ ਕੀਤਾ। ਕੁੱਲ ਮਿਲਾ ਕੇ ਹਰਦੀਪ ਸਿੰਘ ਪੁਰੀ ਦੀ ਛਵੀ ਮੋਦੀ ਕੈਬਨਿਟ ਦੇ ਵਿੱਚ ਇੱਕ ਕੁਸ਼ਲ ਮੰਤਰੀ ਦੇ ਵਜੋਂ ਜਾਣੀ ਜਾਂਦੀ ਹੈ। ਅੱਜ ਦੈਨਿਕ ਸਵੇਰਾ ਕੌਨਕਲੇਵ 2023 ਜਲੰਧਰ ਦੀ ਜੰਗ ਦੇ ਵਿੱਚ ਪਹੁੰਚੇ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ। ਅਸੀਂ ਮੰਚ ਤੇ ਇਹਨਾਂ ਦਾ ਜ਼ੋਰਦਾਰ ਤਾਲੀਆਂ ਦੇ ਵਿੱਚ ਸਵਾਗਤ ਕਰਦੇ ਹਾਂ। ਸੋ ਸੰਗਰੂਰ ਦੇ ਵਿੱਚ ਮੌਜੂਦਾ ਸਰਕਾਰ ਨੂੰ ਬਾਈ ਇਲੈਕਸ਼ਨ ਹਰਾਉਣ ਤੋਂ ਬਾਅਦ ਸਾਰੀਆਂ ਨੈਸ਼ਨਲ ਪਾਰਟੀਆਂ ਨੂੰ ਖਾਸ ਤੌਰ ਤੇ ਲੱਗ ਰਿਹਾ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਇੱਕ ਬਿਹਤਰ ਓਪਰਚੁਨਿਟੀ ਹੈ। ਮੌਜੂਦਾ ਸੱਤਾ ਧਿਰ ਨੂੰ ਸ਼ਿਕਸਤ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਵੱਡੇ ਚਿਹਰੇ ਬੀਜੇਪੀ ਦੇ ਵੀ ਜਲੰਧਰ ਦੇ ਵਿੱਚ ਅੱਜ ਕੱਲ੍ਹ ਡੇਰੇ ਲਾ ਕੇ ਬੈਠੇ ਹੋਏ ਨੇ। ਹਰਦੀਪ ਪੁਰੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ।
ਪੁਰੀ ਸਾਹਿਬ, ਸਭ ਤੋਂ ਪਹਿਲਾਂ ਕੀ ਆਬਜ਼ਰਵ ਕੀਤਾ ਤੁਸੀਂ? ਤੁਹਾਡਾ ਇੰਨਾ ਐਕਸਪੀਰੀਅੰਸ ਹੈਗਾ, ਕੀ ਆਬਜ਼ਰਵ ਕੀਤਾ ਜਲੰਧਰ ਦੇ ਵਿੱਚ ਸਥਿਤੀ ਕੀ ਹੈਗੀ ਹੈ ਬੀਜੇਪੀ ਦੀ ਇਹਨਾਂ ਚੋਣਾਂ ਦੇ ਵਿੱਚ? ਤਾਂ ਪਹਿਲੇ ਤਾਂ ਮੈਂ ਤੁਹਾਨੂੰ ਥੈਂਕ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਮੈਨੂੰ ਤੁਸੀਂ ਮੌਕਾ ਦੇ ਰਹੇ ਹੋ ਕੁਝ ਆਪਣੀਆਂ ਗੱਲਾਂ ਤੁਹਾਡੇ ਸਾਹਮਣੇ, ਤੁਹਾਡੇ ਮੀਡੀਅਮ ਦੇ ਸਾਹਮਣੇ, ਜਲੰਧਰ ਦੇ ਲੋਕਾਂ ਨੂੰ ਦੇ ਸਾਹਮਣੇ ਰੱਖਣ ਵਾਸਤੇ। ਦੇਖੋ, ਸਾਨੂੰ ਇਸ ਵਕਤ ਕੰਟੈਕਸਟ ਸੈਟਿੰਗ ਦੀ ਜ਼ਰੂਰਤ ਹੈ। ਜਿਹੜੇ ਪਿਛਲੇ ਪੰਜਾਬ ਵਿੱਚ ਚੁਣਾਵ ਹੋਏ ਸੀਗੇ, ਉਹਨਾਂ ਦਾ ਜਿਹੜਾ ਨਤੀਜਾ ਸੀਗਾ, ਉਸ ਨਤੀਜੇ ਨੂੰ ਸਮਝਣ ਦੀ ਜ਼ਰੂਰਤ ਹੈ। ਅਸੀਂ ਤੇ ਇੱਕ ਗਠਬੰਧਨ ਵਿੱਚ ਸੀਗੇ, ਅਸੀਂ ਜੂਨੀਅਰ ਪਾਰਟਨਰ ਸੀਗੇ ਉਸ ਗਠਬੰਧਨ ਵਿੱਚ, ਅਤੇ ਉਹ ਜਿਹੜਾ ਪਿਛਲੇ ਚੁਣਾਵ ਦਾ ਨਤੀਜਾ ਸੀਗਾ ਉਹ ਸਾਰੀਆਂ ਪੋਲੀਟੀਕਲ ਪਾਰਟੀਜ਼ ਦੇ ਖਿਲਾਫ ਸੀਗਾ ਨਤੀਜਾ। ਇਹਦੇ 'ਚ ਕੋਈ ਪੋਲੀਟੀਕਲ ਪਾਰਟੀ ਨਹੀਂ ਕਹਿ ਸਕਦੀ ਕਿ ਅਸੀਂ ਉਹ ਸਾਡੇ ਫੇਵਰ ਵਿੱਚ ਸੀਗਾ ਨਤੀਜਾ। ਅਕਾਲੀਆਂ ਦੇ ਖਿਲਾਫ ਸੀਗਾ, ਕਾਂਗਰਸ ਪਾਰਟੀ ਦੇ ਖਿਲਾਫ ਸੀਗਾ, ਸਾਡੇ ਖਿਲਾਫ ਵੀ ਸੀਗਾ। ਅਤੇ ਇੱਕ ਨया ਪੋਲੀਟੀਕਲ ਸਟਾਰਟਅਪ ਜੋ ਹੈ ਜਿਹਦਾ ਨਾਂ ਆਮ ਆਦਮੀ ਪਾਰਟੀ ਹੈ, ਉਹਨਾਂ ਨੇ ਆ ਕੇ ਤੁਹਾਡੇ ਸਾਹਮਣੇ, ਸਾਡੇ ਭੈਣਾਂ ਭਰਾਵਾਂ ਦੇ, ਸਾਡੇ ਵੋਟਰਸ ਦੇ ਸਾਹਮਣੇ ਕੁਝ ਗੱਲਾਂ ਰੱਖੀਆਂ। ਉਹਨਾਂ ਦਾ ਮਾਡਲ ਪੋਲੀਟਿਕਸ ਦਾ ਹੈਗਾ, ਉਹ ਵੀ ਰੇਵੜੀਆਂ ਵੰਡਣ ਦਾ ਮਾਡਲ ਹੈਗਾ, ਫਰੀ ਬੀਜ਼ ਜਿਹਨੂੰ ਕਹਿੰਦੇ ਨੇ। ਪਰ ਉਹਨਾਂ ਨੇ ਕੁਝ ਹੋਰ ਵੀ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ 'ਚ ਬੜਾ ਵਧੀਆ ਐਜੂਕੇਸ਼ਨ ਸਿਸਟਮ ਇਸਟੈਬਲਿਸ਼ ਕਰਤਾ ਹੈ, ਅਸੀਂ ਮੁਹੱਲਾ ਕਲੀਨਿਕਸ ਵਰਲਡ ਕਲਾਸ ਕਰਤੇ ਨੇ। ਮੇਰੇ ਜੈਸੇ ਬੰਦੇ ਜਦੋਂ ਪੰਜਾਬ ਆਏ ਉਸ ਚੁਣਾਵ ਤੋਂ ਪਹਿਲੇ, ਅਸੀਂ ਲੋਕਾਂ ਨੂੰ ਸਮਝਾਣੇ ਥੱਕ ਗਏ ਕਿ ਜੇ ਵਰਲਡ ਕਲਾਸ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਜਾ ਕੇ ਦੇਖ ਤੇ ਲਓ। ਜਦੋਂ ਸਾਨੂੰ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ, ਉਹ ਸਾਰੇ ਇਹਨਾਂ ਦੇ ਮੁਹੱਲਾ ਕਲੀਨਿਕ ਬੰਦ ਹੋ ਗਏ। ਇਹਨਾਂ ਨੇ ਪਿਛਲੀ ਵਾਰੀ ਚੁਣਾਵ ਜਦੋਂ ਇੱਥੇ ਲੜਨ ਆਏ, ਇਹਨਾਂ ਨੇ ਕਿਹਾ ਅਸੀਂ ਨਸ਼ਾ ਮੁਕਤ ਕਰ ਦਿਆਂਗੇ ਪੰਜਾਬ ਨੂੰ। 13 ਮਹੀਨਿਆਂ 'ਚ ਇਹਨਾਂ ਨੇ ਕੀ ਕੀਤਾ? ਨਾਲ ਜਿਨ੍ਹਾਂ ਨੇ ਆ ਕੇ ਕਿਹਾ कि हर एक घर में जो महिला है जिसकी आयु 18 साल से ज़्यादा है उसको 1000 रुपये हम महीने का देंगे। 13 महीने अगर हो गए ना तो 13000 रुपये तो एक बेटी वाले परिवार को भी मिलने चाहिए ना। इस तरह मैं तुहानू लंबी लिस्ट कर सकना। या पोलिटिकल क्रेडिबिलिटी ना दी जी चीज़ है, इन्हें जो कंसिडरेशन है ही नहीं गी। इसलिए मेरी तुहाडे सामने बेनती सबमिशन ये हैगी कि मैनू ਇਹ ਬਹੁਤ ਸ਼ਾਨਦਾਰ ਮੌਕਾ ਹੈ ਜਲੰਧਰ ਦੀ ਜਿਹੜੀ ਕੰਸਟੀਟੂਐਂਸੀ ਹੈਗੀ, ਲੋਕ ਸਭਾ ਕੰਸਟੀਟੂਐਂਸੀ, ਕਿ ਤੁਸੀਂ ਆਪਣੇ ਆਪ ਨੂੰ ਨੈਸ਼ਨਲ ਮੇਨ ਸਟ੍ਰੀਮ ਨਾਲ ਅਲਾਈਨ ਕਰੋ। ਪੋਲੀਟੀਕਲ ਚੋਇਸਿਸ ਬੜੀ ਮੈਚੋਰਿਟੀ ਨਾਲ ਐਕਸਰਸਾਈਜ਼ ਹੋਣੀਆਂ ਚਾਹੀਦੀਆਂ। ਮੈਨੂੰ ਬੜਾ ਅਫਸੋਸ ਹੁੰਦਾ ਹੈ। ਦੇਖੋ, ਮੈਂ ਇੱਕ ਐਡ ਕਰਨਾ ਚਾਹੁੰਦਾ ਇੱਕ ਚੀਜ਼। ਪੁਰੀ ਸਾਹਿਬ, ਪਿਛਲੇ 2022 ਵਿਧਾਨ ਸਭਾ ਇਲੈਕਸ਼ਨ ਦੇ ਦੌਰਾਨ ਤੁਸੀਂ ਇਹ ਗੱਲ ਕਹੀ ਸੀ ਕਿ ਜੇ ਅਸੀਂ 50% ਵੀ ਸਕਸੈਸ ਰੇਟ ਸਾਡਾ 50% ਵੀ ਰਿਹਾ ਤੇ ਅਸੀਂ ਕਿੰਗ ਮੇਕਰ ਹੋਵਾਂਗੇ। ਹੁਣ ਤੁਸੀਂ ਪਿਛਲੇ ਇਲੈਕਸ਼ਨ ਦਾ ਜ਼ਿਕਰ ਕੀਤਾ, ਤੁਸੀਂ ਉਦੋਂ 50% ਸਕਸੈਸ ਰੇਟ ਆਪਣਾ ਸੋਚ ਕੇ ਚੱਲ ਰਹੇ ਸੀ। ਬੀਜੇਪੀ ਦੀ ਇੰਨੀ ਮਿਸਕੈਲਕੂਲੇਸ਼ਨ ਕਿਵੇਂ ਹੋਈ ਕਿ 50% ਸਕਸੈਸ ਰੇਟ ਸੋਚਦੇ ਸੀ, ਸੀਟਾਂ 2 ਆਈਆਂ? ਮੇਰਾ ਸਵਾਲ ਇਹ ਸੀ ਵੀ ਹੁਣ ਤੁਸੀਂ ਜਲੰਧਰ ਦੇ ਵਿੱਚ ਆਪਣੀ ਪੋਲੀਟੀਕਲ ਜ਼ਮੀਨ ਬੀਜੇਪੀ ਦੀ ਕਿੰਨੀ ਕੁ ਦੇਖ ਪਾ ਰਹੇ ਹੋ? ਕਿਉਂਕਿ ਇੱਥੇ ਦੇ ਵਿਧਾਨ ਸਭਾ ਕੌਂਸਟੀਟੂਐਂਸੀ ਦੇ ਵਿੱਚ ਜਾਂ ਤੇ ਇਸ ਸਮੇਂ ਆਮ ਆਦਮੀ ਪਾਰਟੀ ਕਾਇਮ ਹੈਗੀ ਹੈ ਜਾਂ ਕਾਂਗਰਸ ਹੈ? ਦੇਖੋ, ਪਹਿਲੀ ਗੱਲ ਤਾਂ ਪੋਲੀਟੀਕਲ ਮਿਸਕੈਲਕੂਲੇਸ਼ਨ ਦੀ ਗੱਲ ਮੈਂ ਨਹੀਂ ਮੰਨਦਾ। ਤੁਸੀਂ ਖੁਦ ਹੀ ਮੈਨੂੰ ਕੋਟ ਕੀਤਾ ਹੈ ਅਗਰ ਅਸੀਂ ਇਸ ਸਟੇਜ ਤੇ ਪਹੁੰਚੇ। ਤੁਸੀਂ ਕਿਹਾ ਮੈਂ ਮੇਰੀ 40 ਸਾਲ ਟ੍ਰੇਨਿੰਗ ਦੂਜੇ ਪ੍ਰੋਫੈਸ਼ਨ ਜੀ, ਜਿਹੜਾ ਹਰ ਇੱਕ ਸ਼ਬਦ ਜੋ ਅਸੀਂ ਨੱਪ ਤੋਲ ਕੇ ਉਸ ਵਕਤ ਵੀ ਮੈਂ ਕਿਹਾ ਸੀਗਾ, ਸਾਨੂੰ ਜਿਹੜਾ ਗਠਬੰਧਨ ਹੈਗਾ ਅਕਾਲੀਆਂ ਨਾਲ ਬੜਾ ਮਹਿੰਗਾ ਪਿਆ। ਮੈਂ ਕੀ ਕਿਹਾ ਸੀ ਉਸ ਵਕਤ? ਮੈਂ ਕਿਹਾ ਅਸੀਂ 23 ਸੀਟਾਂ ਤੋਂ ਜ਼ਿਆਦਾ ਲੜੇ ਹੀ ਨਹੀਂ ਆ। ਓਕੇ, ਅਗਰ ਤੁਸੀਂ 30 ਸੀਟਾਂ ਤੋਂ ਜ਼ਿਆਦਾ ਲੜੇ ਹੀ ਨਹੀਂ ਹੋ, ਉਹਦਾ ਕੀ ਮਤਲਬ ਹੋਇਆ? ਕਈ ਇਹੋ ਜਿਹੀਆਂ ਸੈਗਮੈਂਟਸ ਹੈਗੀਆਂ ਜਿੱਥੇ ਤੁਹਾਡੀ ਪ੍ਰੈਜ਼ੈਂਸ ਹੀ ਨਹੀਂ ਹੈ। ਤੁਸੀਂ ਰੂਰਲ ਹਲਕਿਆਂ ਜਾਓ, ਸਾਡਾ ਉੱਥੇ ਕੋਈ ਆਰਗੇਨਾਈਜੇਸ਼ਨ ਹੀ ਨਹੀਂ ਹੈ। 94 ਹਲਕਿਆਂ 'ਚ ਤਾਂ ਤੁਸੀਂ ਰਹੇ ਹੀ ਨਹੀਂ। ਪ੍ਰੀਸਾਈਸਲੀ ਤੁਸੀਂ ਮੈਨੂੰ ਫਿਗਰ ਦੇ ਰਹੇ ਹੋ। ਤੇ ਮੈਂ ਕਿਹਾ ਸੀ ਅਗਰ ਅਸੀਂ ਇਹਨੂੰ ਵਧਾਈਏ। ਦੇਖੋ, 2019 ਦੇ ਬਾਅਦ 2022 ਤੱਕ ਟਾਈਮ ਨਹੀਂ ਸੀਗਾ। ਸਾਡੇ ਨਾਲ ਬੜੇ ਚੰਗੇ ਲੋਕ ਆ ਕੇ ਮਿਲ ਰਹੇ ਨੇ, ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਅਕਾਲੀ ਦਲ ਤੋਂ ਆਏ ਨੇ, ਬਾਕੀ ਪਾਰਟੀਜ਼ ਤੋਂ ਆਏ ਨੇ, ਕਾਂਗਰਸ ਪਾਰਟੀ ਤੋਂ, ਬਾਕੀ ਆਮ ਆਦਮੀ ਪਾਰਟੀ ਤੋਂ ਵੀ ਆਏ ਨੇ, ਹੋਰ ਲੋਕ ਆਉਣਾ ਚਾਹੁੰਦੇ ਨੇ। ਪਰ ਕਿੰਨਾ ਟਾਈਮ ਲੱਗੇਗਾ ਕਿ ਜਿਹੜੇ ਨਵੇਂ ਸਾਡੇ ਨਾਲ ਲੋਕ ਆ ਰਹੇ ਨੇ, ਸਾਡੀ ਪ੍ਰੈਜ਼ੈਂਸ ਬਣੇਗੀ। ਹੁਣ ਜਲੰਧਰ 'ਚ ਤੁਸੀਂ ਦੇਖੋ,
ਜਲੰਧਰ ਤੁਸੀਂ ਆਪਣੇ ਆਪ ਕਹਿ ਰਹੇ ਹੋ ਕਿ ਸਾਡੀ ਪਹਿਲੇ ਪ੍ਰੈਜ਼ੈਂਸ ਨਹੀਂ ਸੀਗੀ, ਠੀਕ ਹੈ। ਮਨੋਰੰਜਨ ਕਾਲੀਆ ਜੀ ਹੈਗੇ, ਕੁਝ ਹੋਰ ਸਾਡੇ ਸਾਥੀ ਹੈਗੇ ਜਿਨ੍ਹਾਂ ਨੇ ਆਪਣੇ ਇੱਥੇ MLA ਰਹੇ ਨੇ ਇੱਥੋਂ, ਬਟ ਬਾਈ ਐਂਡ ਲਾਰਜ ਅਗਰ ਪੂਰੀ ਤੁਸੀਂ ਕੰਸਟੀਟੂਐਂਸੀ ਦੇਖੋ ਤਾਂ ਵੀ ਹੈਵ ਬੀਨ ਐਬਸੈਂਟ, ਵੀ ਹੈਵ ਬੀਨ ਕੰਸਪੀਕੂਅਸ ਬਾਈ ਆਰ ਐਬਸੈਂਸ। ਹੁਣ ਉਸ ਨੂੰ ਅਸੀਂ ਰੈਕਟੀਫਾਈ ਕਰ ਰਹੇ ਹਾਂ। ਰੈਕਟੀਫਾਈ ਕਿਸ ਤਰ੍ਹਾਂ ਕਰ ਰਹੇ ਹਾਂ? ਬੂਥ ਲੈਵਲ ਤੇ ਭਾਰਤੀ ਜਨਤਾ ਪਾਰਟੀ ਇੱਕ ਆਰਗੇਨਾਈਜ਼ਡ ਪਾਰਟੀ ਹੈਗੀ। ਭਾਰਤੀ ਜਨਤਾ ਪਾਰਟੀ ਨੈਸ਼ਨਲ ਲੈਵਲ ਤੇ ਸਭ ਤੋਂ ਵੱਡੀ ਪਾਰਟੀ ਹੈ। ਤਾਂ ਮਾਫ ਕਰਨਾ, ਦੁਨੀਆ ਭਰ 'ਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ। ਉਹ ਕਿਉਂ ਸਭ ਤੋਂ ਵੱਡੀ ਪਾਰਟੀ ਹੈ? ਕਿਉਂਕਿ ਉਹ ਆਰਗੇਨਾਈਜ਼ਡ ਪਾਰਟੀ ਹੈ। ਪਰ ਮੈਂ ਉਹੀ ਤੁਹਾਡੇ ਸਾਹਮਣੇ ਮੈਂ ਰੱਖਿਆ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿੱਥੇ ਸਾਡੀ ਆਰਗੇਨਾਈਜੇਸ਼ਨ ਗਰਾਊਂਡ ਲੈਵਲ ਤੇ ਐਬਸੈਂਟ ਸੀਗੀ। ਅਗਰ ਅਸੀਂ 94 ਹਲਕਿਆਂ 'ਚ ਅਗਰ ਕੰਸਟੀਟੂਐਂਸੀ ਐਬਸੈਂਟ ਰਿਹਾ ਤਾਂ ਉਹਦਾ ਮਤਲਬ ਕਿਸੇ ਨੇ ਸਾਡੇ ਵਾਸਤੇ ਥੋੜ੍ਹਾ ਆ ਕੇ ਕੰਮ ਕਰਨਾ ਸੀਗਾ। ਤੇ ਮੈਂ ਤਾਂ ਮੇਰਾ ਪਰਸਨਲ ਐਕਸਪੀਰੀਅੰਸ ਹੈ, ਜਦੋਂ ਤੁਹਾਡਾ ਕਿਸੇ ਹੋਰ ਪਾਰਟੀ ਨਾਲ ਗਠਬੰਧਨ ਵਿੱਚ ਮੇਲ ਰਹਿੰਦਾ ਹੈ, ਉਹ ਤੁਹਾਨੂੰ ਚਾਹੁੰਦੇ ਹੀ ਨਹੀਂ ਤੁਸੀਂ ਉੱਥੇ ਪੈਦਾ ਹੋ, ਤੁਸੀਂ ਤੁਹਾਡੇ ਉਹ ਨਹੀਂ ਇਹ ਸਾਡੇ ਵੱਲ ਛੱਡ ਦਿਓ ਜੀ, ਇਹ ਅਸੀਂ ਆਪਾਂ ਕਰ ਲਾਂਗੇ ਜੀ। ਤੁਸੀਂ ਉਸ ਸਮੇਂ ਕਿਹਾ ਸੀ ਕਿ ਅਸੀਂ ਅਕਾਲੀ ਦਲ ਦੇ ਨਾਲ ਇੱਕ ਬੈਡ ਮੈਰਿਜ ਦੇ ਵਿੱਚ ਰਹੇ, ਸਾਡੇ ਇਸ ਤਰ੍ਹਾਂ ਦਾ ਰਿਸ਼ਤਾ ਰਿਹਾ। ਤੁਸੀਂ ਅਕਾਲੀ ਦਲ ਨੂੰ ਕਿਹਾ ਕਿ ਇਹਨਾਂ ਨੇ ਸਾਨੂੰ ਖਰਾਬ ਕੀਤਾ, ਅਸੀਂ ਇਹਨਾਂ ਦੇ ਨਾਲ ਇੱਕ ਬੁਰੀ ਵਿਆਹ ਵਰਗਾ, ਬੈਡ ਮੈਰਿਜ ਵਰਗਾ ਸਾਡਾ ਰਿਸ਼ਤਾ ਰਿਹਾ, ਇਹਨਾਂ ਨੇ ਸਾਡੀ ਲੀਡਰਸ਼ਿਪ ਬਣਨ ਨਹੀਂ ਦਿੱਤੀ। ਪਰ ਹੁਣ ਬੀਜੇਪੀ ਕੀ ਕਰ ਰਹੀ ਹੈ? ਬੀਜੇਪੀ ਸਾਬਕਾ ਕਾਂਗਰਸੀਆਂ ਨੂੰ ਔਰ ਟਕਸਾਲੀ ਅਕਾਲੀਆਂ ਨੂੰ ਲਿਆ ਕੇ ਉਹਨਾਂ ਦਾ ਜਿਹੜਾ ਭਾਜਪਾਕਰਨ ਕਰ ਰਹੀ ਹੈ। ਤੁਹਾਡਾ ਕੈਂਡੀਡੇਟ ਵੀ ਅਕਾਲੀ ਪਰਿਵਾਰ ਦੇ ਵਿੱਚੋਂ ਆਉਂਦਾ। ਇਦਾਂ ਕਿਉਂ ਹੈਗਾ ਕਿ ਬੀਜੇਪੀ ਹੁਣ ਉਹਨਾਂ ਨੂੰ ਆਪਦੀ ਲੀਡਰਸ਼ਿਪ ਚੋਂ ਬੰਦੇ ਨਵੇਂ ਨਹੀਂ ਨਿਕਲ ਰਹੇ, ਆਪਦੀ ਲੀਡਰਸ਼ਿਪ ਪੈਦਾ ਨਹੀਂ ਹੋ ਰਹੀ? ਕਿਉਂ ਉਹਨਾਂ ਨੂੰ ਅਕਾਲੀਆਂ ਕੋ ਤੇ ਕਾਂਗਰਸ ਕੋ ਲੀਡਰਸ਼ਿਪ ਜਿਹੜੀ ਆ ਉਧਾਰ ਲੈਣੀ ਪੈ ਰਹੀ ਹੈ? ਪਹਿਲੇ ਤਾਂ ਜੋ ਅਸੀਂ ਸ਼ਬਦ ਇਸਤੇਮਾਲ ਕਰਨੇ ਆ ਨਾ, ਤੁਸੀਂ ਕਹਿੰਦੇ ਬੈਡ ਮੈਰਿਜ ਸੀ, ਮੈਨੂੰ ਕੋਈ ਹੈਜ਼ਿਟੇਸ਼ਨ ਨਹੀਂ ਹੈ। ਬੈਡ ਮੈਰਿਜ ਨਹੀਂ ਸੀ, ਡਿਜ਼ਾਸਟਰਸ ਮੈਰਿਜ ਸੀ। ਹਾਂ, ਤੇ ਡਿਜ਼ਾਸਟਰਸ ਮੈਰਿਜ ਕਿਉਂ ਹੋਈ ਹੈ ਹੁਣ ਛੱਡ ਦਿਓ। ਸਾਡੇ ਇੱਥੇ ਕਈ ਕਿਸਮ ਦੀਆਂ ਮੈਰਿਜਸ ਹੋ ਜਾਂਦੀਆਂ ਨੇ, ਅਰੇਂਜ ਮੈਰਿਜਸ ਹੁੰਦੀਆਂ। ਸਾਡੀ ਕੋਈ ਲੀਡਰਸ਼ਿਪ ਸੀਗੇ, ਉਹ ਸਮਝਦੇ ਸੀਗੇ ਕਿ ਅਕਾਲੀਆਂ ਨਾਲ ਅਸੀਂ ਗਠਬੰਧਨ ਕਰਾਂਗੇ ਤੇ ਅਕਾਲੀ ਜਿਹੜੇ ਨੇ ਉਹ ਥੋੜ੍ਹੇ ਨੈਸ਼ਨਲਿਸਟ ਮਾਈਂਡਡ ਹੈ ਤੇ ਥੋੜ੍ਹੇ ਐਕਸਟ੍ਰੀਮਿਸਟ ਫੋਰਸਿਸ ਜਿਹੜੀਆਂ ਹੈਗੀਆਂ ਦੇ ਵਿਲ ਬੀ ਕੈਪਟ ਐਟ ਵੇ, ਤਾਂ ਉਹਨਾਂ ਨੂੰ ਉਹ ਚੀਜ਼ਾਂ ਛੱਡ ਦਿਓ। ਅਸੀਂ ਕੋਈ ਲੀਡਰ ਉਧਾਰ ਤੇ ਨਹੀਂ ਲੈ ਰਹੇ। ਅਸੀਂ ਕੋਈ ਉਧਾਰ ਤੇ ਬੋਰੋ, ਉਧਾਰ ਦਾ ਮਤਲਬ ਕੀ ਹੈ? ਬੋਰੋ ਨਾ। ਹਾਂ, ਤੁਸੀਂ ਮਾਰਕੀਟ ਜਾਂਦੇ ਹੋ ਪੈਸੇ ਬੋਰੋ ਕਰਨੇ, ਕੋਈ ਉਹ ਜੀ ਮਾਰਕੀਟ ਹੈ ਤੇ ਲੀਡਰ ਬੋਰੋ ਕਰਨੇ ਜਾਂਦੇ ਆਪਾਂ ਨਹੀਂ। ਅਸੀਂ ਇੰਝ ਹੈ, ਅਸੀਂ ਇੱਕ ਵੈਲਿਊ ਬੇਸਡ ਪਾਰਟੀ ਹੈਗੀ ਸਾਡੀ ਬੀਜੇਪੀ। ਵੈਲਿਊ ਬੇਸਡ ਪਾਰਟੀ ਮੀਨਸ ਸਟਰੋਂਗ ਫੀਲਿੰਗ ਆਫ ਨੈਸ਼ਨਲਿਜ਼ਮ। ਕੋਈ ਵੀ ਅਗਰ ਆਏ ਸਾਡੇ ਵੱਲ ਤੇ ਉਹਦੇ ਪਹਿਲੇ ਜੋ ਵੀ ਖਿਆਲਾਤ ਹੋਣ, ਕੋਈ ਕਿਸੇ ਨੇ ਸਟੇਟਮੈਂਟ ਦਿੱਤੀ ਹੋਏ, ਜਦੋਂ ਸਾਡੇ ਉੱਥੇ ਇੰਡਕਸ਼ਨ ਹੁੰਦੀ ਹੈ ਸਾਡੀ ਪਾਰਟੀ ਵਿੱਚ, ਤੇ ਉਹ ਜਿਹੜੇ ਸਾਡੇ ਨਵੇਂ ਸਾਡੇ ਨਾਲ ਆ ਕੇ ਜੁੜਦੇ ਨੇ, ਉਹ ਸਾਡੇ ਵੈਲਿਊ ਸਿਸਟਮ ਨਾਲ ਜੁੜਦੇ ਨੇ। ਉਹਨਾਂ ਦੀ ਮੈਰਿਜ ਫਿਰ ਸਾਡੇ ਵੈਲਿਊ ਸਿਸਟਮ ਵਿੱਚ ਹੋਏਗੀ। ਅਜੇ ਵੀ ਬੜੇ ਲੋਕ ਨੇ, ਮੈਨੂੰ ਦੱਸ ਰਿਹਾ, साढ़े अपनी पार्टी लोग ने, बाकी जगह कहने नहीं अकालियों के साथ गठबंधन अच्छा होगा, है ऐसे कुछ लोग। अब मैं उनकी बात नहीं कर रहा हूँ, बहुत चंगे लोग आए ने साढ़े नाल, पर ਇਹਦਾ मतलब ये नहीं कि साढ़े ਜਿਹੜੇ ਆਪਣੇ ਕਾਰਜਕਰਤਾ ਹੈਗੇ ਅਸੀਂ ਉਹਨਾਂ ਨੂੰ ਮਿਨੀਮਾਈਜ਼ ਜਾਂ ਉਹਨਾਂ ਨੂੰ ਡੀਵੈਲਿਊ ਕਰੀਏ। ਉਹਨਾਂ ਦਾ ਆਪਣਾ ਰੋਲ ਹੈ। ਜਿਹੜੇ ਨਵੇਂ ਲੋਕ ਆ ਕੇ ਸਾਡੇ ਨਾਲ ਮਿਲੇ ਨੇ, ਕਈ ਇਹੋ ਜਿਹੇ ਐਸੇ ਲੀਡਰਸ ਹੈਗੇ ਹੂ ਬ੍ਰਿੰਗ ਵੈਲਿਊ ਵਿਦ ਦਮ। ਉਹਨਾਂ ਦੀ ਆਪਣੀ ਫੋਲੋਇੰਗ ਹੈ, ਉਹਨਾਂ ਦੀ ਕੰਟਰੀਬਿਊਸ਼ਨ ਹੈਗੀ। ਕੁਝ ਲੋਕ ਆਏ ਨੇ, ਉਹ ਆਉਂਦੇ ਨੇ ਜ਼ੈਡ ਸਿਕਿਉਰਿਟੀ ਤੇ ਅਗਲੇ ਚੁਣਾਵ ਮੈਨੂੰ ਦੱਸੋ ਇਹ ਕਿੱਥੇ ਜਾਣਾ, ਉਹਦੇ ਵੀ ਲੋਕ ਹੈਗੇ। ਤੀਜੀ ਗੱਲ, ਪਾਰਟੀ ਦੇ ਅੰਦਰ ਅਸੀਂ ਸਾਰਿਆਂ ਨੂੰ ਇਕੁਐਲਿਟੀ ਆਫ ਓਪਰਚੁਨਿਟੀ, ਕੰਟਰੀਬਿਊਟ ਕਰਨੇ ਦਾ ਮੌਕਾ, ਤੇ ਕੰਟਰੀਬਿਊਟ ਕਰਨੇ ਦਾ ਮਤਲਬ ਇਹ ਨਹੀਂ ਕਿ ਇਲੈਕਸ਼ਨ ਨਹੀਂ ਲੜਨੀ ਹੁੰਦੀ ਹੈ। ਸਾਡੇ ਕਈ ਐਸੇ ਲੋਕ ਹੈਗੇ ਜਿਹੜੇ ਜਦੋਂ ਜੁਆਇਨ ਕੀਤੇ ਸੀ ਅਸੀਂ ਇਲੈਕਸ਼ਨ ਲੜਨਾ ਹੀ ਨਹੀਂ ਚਾਹੁੰਦੇ ਸੀਗੇ। ਇਹ ਸਵਾਲ ਮੇਰਾ ਪੁਰੀ ਸਾਹਿਬ ਇਸ ਲਈ ਹੈਗਾ ਕਿ ਜਿਸ ਸਮੇਂ ਸੰਗਰੂਰ ਬਾਈ ਇਲੈਕਸ਼ਨ ਹੁੰਦਾ, ਕੇਵਲ ਢਿੱਲੋਂ ਜੁਆਇਨ ਕਰਦੇ ਆ, ਉਹ ਬਾਅਦ ਵਿੱਚ ਕੈਂਡੀਡੇਟ ਹੋ ਜਾਂਦੇ। ਦੂਸਰੀ ਚੀਜ਼, ਅਟਵਾਲ ਫੈਮਿਲੀ ਦੇ ਵਿੱਚੋਂ ਇੱਕ ਟਕਸਾਲੀ ਅਕਾਲੀ ਪਰਿਵਾਰ ਦੇ ਵਿੱਚੋਂ ਲੈਣਾ, ਕਿਸੇ ਨੂੰ ਜੁਆਇਨ ਕਰਵਾਉਣਾ ਇੰਦਰਬੀਰ ਨੂੰ, ਔਰ ਅਗਲੇ ਦਿਨ ਉਹਨਾਂ ਨੂੰ ਕੈਂਡੀਡੇਟ ਬਣਾ ਦੇਣਾ। ਕਿਉਂ ਟਕਸਾਲੀ ਅਕਾਲੀ ਪਰਿਵਾਰਾਂ ਦੀ ਜਾਂ ਟਕਸਾਲੀ ਕਾਂਗਰਸੀ ਸਿੱਖ ਚਿਹਰਿਆਂ ਦੀ ਬੀਜੇਪੀ ਨੂੰ ਲੋੜ ਹੈਗੀ ਹੈ ਬਤੌਰ ਕੈਂਡੀਡੇਟ? ਇਹ ਕਿਉਂ ਦਾ ਜਵਾਬ ਦੇ ਦਿਓ। ਸਾਡੇ ਜਿਹੜੇ ਕੈਂਡੀਡੇਟ ਸਾਹਿਬ ਨੇ ਇੰਦਰਵੀਰ ਜੀ, ਉਹਨਾਂ ਨੂੰ ਵੀ ਜਾਣਨਾ, ਪਰ ਉਹਨਾਂ ਦੇ ਫਾਦਰ ਸਾਹਿਬ ਨੂੰ ਮੈਂ ਜਾਣਨਾ ਜਦੋਂ ਪਤਾ ਨਹੀਂ ਕਿੰਨੇ 20-25-30 ਸਾਲ ਦਾ, ਜਦੋਂ ਡਿਪਟੀ ਸਪੀਕਰ ਸੀਗੇ, ਮੈਂ ਬਾਹਰ ਪੋਸਟਡ ਸੀਗਾ। ਇਸ ਪਰਿਵਾਰ ਨੇ ਕੰਟਰੀਬਿਊਸ਼ਨ ਕੀਤੀ ਹੈ। ਉਹ ਬੇਸ਼ੱਕ ਅਕਾਲੀ ਦਲ ਵਿੱਚ ਰਹੇ ਹੋਣ, ਸਾਡੇ ਨਾਲ ਹੋਰ ਬੜੇ ਲੀਡਰ ਅੱਜ ਮਿਲੇ ਹੋਏ ਨੇ, ਇੱਥੇ ਵੀ ਨੇ, ਉਹ ਅਕਾਲੀ ਦਲ ਵਿੱਚ ਸੀਗੇ ਪਹਿਲੇ, ਜਾਂ ਕਿਸੇ ਹੋਰ ਪਾਰਟੀ 'ਚ ਰਹੇ ਹੋਣ, ਉਹ ਸਾਡੇ ਨਾਲ ਮਿਲਣਾ ਚਾਹੁੰਦੇ। ਵੀ ਆਰ ਇਨਰਿਚਡ ਬਾਏ ਦੈਮ। ਤੁਸੀਂ ਇਹ ਵੀ ਕਹਿ ਸਕਦੇ ਹੋ ਕੋਈ ਮਜ਼ਹਬੀ ਹੈਗਾ,
ਉਸ ਲਈ ਅਸੀਂ ਲਿੱਤਾ, ਸਾਨੂੰ ਮਜਬੀ ਲੀਡਰਸ ਦੀ ਲੋੜ ਹੈ। ਕੱਲ ਕਹੋਗੇ ਸੀ ਉਹ ਰਵਿਦਾਸੀਆਂ ਦੀ ਲੋੜ ਹੈ, ਇਸ ਲਈ ਰਵਿਦਾਸੀਆਂ ਨੂੰ ਲੈ ਲਿਓ, ਰਾਮਦਾਸੀਆਂ ਨੂੰ ਲੈ ਲਿਓ। ਦੇਖੋ ਇਹ ਜਿਹੜੀ ਡਾਈਵਰਸਿਟੀ ਹੈ ਦੇਸ਼ ਦੀ, ਠੀਕ ਹੈ, ਦੇਸ਼ ਦੀ ਡਾਈਵਰਸਿਟੀ ਮੈਂ ਸਮਝਣਾ ਕਿ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਹੈ ਔਰ ਦੇਸ਼ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਹੈ, ਉਹ ਡਾਈਵਰਸਿਟੀ ਉਸ ਪੋਲੀਟੀਕਲ ਪਾਰਟੀ 'ਚ ਵੀ ਹੈ। ਟੁਡੇ ਮੈਂ ਤੁਹਾਨੂੰ ਬੜੇ ਕੌਨਫੀਡੈਂਸ ਨਾਲ ਕਹਿ ਸਕਣਾ, ਇਸ ਵਕਤ ਤੁਸੀਂ ਹੈਰਾਨ ਹੋ ਗਏ, ਸਾਰੀਆਂ ਕਮਿਊਨਿਟੀਜ਼ ਉਹਨਾਂ ਪਿੱਛੇ ਨਾਰਥ ਈਸਟ 'ਚ ਜਿਹੜੇ ਚੁਣਾਵ ਹੋਏ ਨੇ ਬੜੇ ਸਟੇਟਸ 'ਚ, ਉੱਥੇ ਪ੍ਰੀਡੋਮੀਨੈਂਟ ਜੋ ਪੋਪੂਲੇਸ਼ਨ ਹੈ ਕ੍ਰਿਸਚਨ ਸੀਗੀ, ਉੱਥੇ ਬੀਜੇਪੀ ਸਕਸੈਸਫੁਲ ਹੋਈ ਹੈ, ਠੀਕ ਹੈ। ਇਹ ਥੋੜ੍ਹੇ ਸਮੇਂ ਦੀ ਜ਼ਰੂਰਤ ਹੈ। ਪੰਜਾਬ ਵਿੱਚ ਜਿਹੜੀ ਸਾਡੀ ਪਾਰਟੀ ਹੈਗੀ ਬਹੁਤ ਚੰਗੀ ਪਾਸਟ ਹੈ, ਵਿਚਕਾਰ ਤੁਸੀਂ ਕਿਹਾ ਨਾ ਅਸੀਂ ਬੈਡ ਮੈਰਿਜ, ਮੈਂ ਕਹਿੰਦਾ ਡਿਜ਼ਾਸਟਰਸ ਮੈਰਿਜ, ਥੋੜ੍ਹੀ ਦੇਰ ਅਸੀਂ ਵਿੱਚੇ ਸਾਰੇ ਫਿਸਲ ਗਏ, ਪਰ ਹੁਣ ਅਸੀਂ ਫਿਰ ਆਪਣੇ ਪੈਰਾਂ 'ਤੇ ਖੜੇ ਹੋ ਰਹੇ ਹਾਂ ਅਤੇ ਸਾਨੂੰ ਲੋਕ ਆ ਕੇ ਇਨਰਿਚ ਕਰਨਗੇ। ਬਹੁਤ ਇੰਟਰਸਟਿੰਗ ਚੀਜ਼ ਤੁਸੀਂ ਖੁਦ ਹੀ ਛੇੜੀ, ਰਾਮਦਾਸੀਆ ਰਵਿਦਾਸੀ ਭਾਈਚਾਰੇ ਦਾ, ਤੁਸੀਂ ਮਜਬੀ ਸਿੱਖ ਭਾਈਚਾਰੇ ਦਾ ਜ਼ਿਕਰ ਕੀਤਾ ਕਿ ਇਹ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਆ, ਪਰ ਗਰਾਊਂਡ ਤੇ ਇਹੀ ਚੀਜ਼ ਕਈ ਵਾਰੀ ਅਲੱਗ ਤਰ੍ਹਾਂ ਨਾਲ ਨਜ਼ਰ ਆਉਂਦੀ ਹੈ। ਇਹੀ ਸਾਰਾ ਵਰਗ ਕਈ ਵਾਰੀ ਬੀਜੇਪੀ ਦੇ ਨਾਲ ਖੁਦ ਨੂੰ ਕਨੈਕਟ ਮਹਿਸੂਸ ਨਹੀਂ ਕਰਦਾ। ਉਹ ਇਹ ਕਹਿੰਦਾ ਕਿ ਜਿਹੜਾ ਆਰਐਸਐਸ ਦਾ ਹਿੰਦੂ ਰਾਸ਼ਟਰ ਦਾ ਆਈਡੀਆ ਹੈਗਾ ਉਹ ਸਾਨੂੰ ਸੂਟ ਨਹੀਂ ਕਰਦਾ। ਸਿੱਖ ਕਹਿੰਦੇ ਸਾਡੀ ਵੱਖਰੀ ਆਈਡੈਂਟੀਟੀ ਦਾ ਮਸਲਾ ਹੈਗਾ, ਇਸ ਲਈ ਸਾਨੂੰ ਆਰਐਸਐਸ ਦਾ ਆਈਡੀਆ ਸੂਟ ਨਹੀਂ ਕਰਦਾ। ਔਰ ਦਲਿਤ ਭਾਈਚਾਰਾ ਇਹ ਕਹਿੰਦਾ ਕਿ ਅਸੀਂ ਦੁਬਾਰਾ ਵਰਨ ਵਿਵਸਥਾ ਵਰਗੇ ਸਿਸਟਮ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਾਂ, ਸਾਨੂੰ ਉਹਨਾਂ ਚੀਜ਼ਾਂ ਤੋਂ ਪਰਹੇਜ਼ ਹੈ, ਇਸ ਲਈ ਸਾਨੂੰ ਆਰਐਸਐਸ ਦਾ ਆਈਡੀਆ ਜਿਹੜਾ ਇਹ ਸੂਟ ਨਹੀਂ ਕਰਦਾ। ਇਹੀ ਇੱਕ ਵੱਡੇ ਕਾਰਨ ਨੇ ਜਿਹੜੇ ਤੁਸੀਂ ਖੁਦ ਛੇੜ ਲਏ, ਇਹਦੇ ਕਰਕੇ ਬੀਜੇਪੀ ਇਹਨਾਂ ਦੋਨਾਂ ਸੈਕਸ਼ਨਸ ਦੇ ਨਾਲ ਪੂਰੀ ਤਰ੍ਹਾਂ ਕਨੈਕਟ ਨਹੀਂ ਕਰ ਪਾਉਂਦੀ ਪੰਜਾਬ ਦੇ ਵਿੱਚ ਐਟਲੀਸਟ। ਦੇਖੋ ਜੀ, ਉਹ ਕਹਿੰਦੇ ਨਾ ਪ੍ਰੂਫ ਆਫ ਦ ਪੁਡਿੰਗ ਲਾਈਜ਼ ਇਨ ਦ ਈਟਿੰਗ। ਕਨੈਕਟ ਕਰ ਪਾਇਆ ਨਹੀਂ ਕਰ ਪਾਇਆ, ਇੱਕ ਇਹ ਲੋਕ ਕਹਿੰਦੇ ਜੀ ਉਹ ਬੜੇ ਚੰਗੇ ਲੀਡਰ ਆ ਗਏ, ਪਰ ਜਿਹੜੇ ਆਏ ਤੁਹਾਡੇ ਕੋਲ ਉਹਨਾਂ ਨੂੰ ਆਪਣੇ ਸਮਾਜ ਦੇ ਅੰਦਰ ਉਹਨਾਂ ਦੀ ਲੋਕਪ੍ਰਿਯਤਾ ਜਾਂ ਪਕੜ ਨਹੀਂ ਹੈ। ਇਹ ਵੀ ਚੀਜ਼ ਲੋਕ ਕਹਿੰਦੇ ਨੇ। ਦੇਖੋ ਥੋੜ੍ਹਾ ਜਿਹਾ ਇਹਦੇ 'ਚ ਪੇਸ਼ੈਂਸ ਦੀ ਜ਼ਰੂਰਤ ਹੈਗੀ। ਪੇਸ਼ੈਂਸ ਦੀ ਜ਼ਰੂਰਤ ਕਿਉਂ ਹੈ? ਪਹਿਲੀ ਗੱਲ ਤਾਂ ਮੈਂ ਹਿੰਦੂ ਸਿੱਖ ਆਈਡੈਂਟੀਟੀ ਦੀ ਗੱਲ ਕਰਨਾ। ਤੁਸੀਂ ਇਹ ਐਨਾਲਿਸਿਸ ਕਰੋ ਔਰ ਤੁਸੀਂ ਯੂ ਆਰ ਵੈਰੀ ਵੈਲ ਇਕੁਇਪਡ ਕਿ ਸਿੱਖ ਰਿਲੀਜਨ, ਸਿੱਖ ਧਰਮ ਕਿੱਥੋਂ ਸ਼ੁਰੂ ਹੋਇਆ, ਖਾਲਸਾ ਦੀ ਐਸਟੈਬਲਿਸ਼ਮੈਂਟ ਦੇ ਕੀ ਰੀਜ਼ਨ ਸੀਗੇ। ਮੈਂ ਸਿੰਪਲੀਫਾਈ ਕਰਕੇ ਤੁਹਾਨੂੰ ਕਹਿਣ ਵਾਲਾ ਕਿ ਜਦੋਂ ਹਿੰਦੂ ਧਰਮ 'ਤੇ ਆਕਰਮਣ ਹੋਇਆ ਉਸ ਸਮੇਂ ਤੁਸੀਂ ਸਿੱਖ ਧਰਮ ਨੇ ਐਜ਼ ਅ ਨੈਸ਼ਨਲ ਸਰਵਿਸ ਉਹ ਜੋ ਵੀ ਆਪ ਰਿਲੀਜੀਅਸ ਸਰਵਿਸ ਉਹ ਕੀਤਾ। ਮੈਂ ਜੀ ਆਈ ਐਮ ਅ ਵੈਰੀ ਪ੍ਰਾਊਡ ਸਿੱਖ। ਤੁਸੀਂ ਗੈਲੈਂਟਰੀ ਅਵਾਰਡਸ ਦੀ ਲਿਸਟ ਦੇਖ ਲਓ, ਕਿੰਨੇ 25% ਗੈਲੈਂਟਰੀ ਅਵਾਰਡ ਜਿਹੜੇ ਸਿੱਖਾਂ ਨੂੰ ਮਿਲੇ ਨੇ। ਇਹ ਜਿਹੜੇ ਮਿਸਗਾਈਡਡ ਲੋਕ ਸੀਗੇ ਇਹ ਕੀ ਕਹਿੰਦੇ ਸੀਗੇ? ਇਹ ਕਹਿੰਦੇ ਸੀਗੇ ਕਿ ਇਹ ਸਿੱਖਸ ਐਂਟੀ ਨੈਸ਼ਨਲ ਹੈ। 39 ਇਅਰਸ ਦੀ ਸਰਵਿਸ ਵਿੱਚ 14 ਸਾਲ ਅੰਬੈਸਡਰ ਸੀਗਾ ਔਰ ਲਾਸਟ ਫੇਜ਼ ਜਿਹੜੀ 6 ਸਾਲ ਗ੍ਰੇਡ 1 ਅੰਬੈਸਡਰ, ਜਿਹੜੀ ਸੀਨੀਅਰ ਮੋਸਟ ਪੋਜੀਸ਼ਨ ਹੁੰਦੀ ਹੈ। ਮੈਂ ਸਿਕਿਉਰਿਟੀ ਕਾਉਂਸਲ 'ਤੇ ਪ੍ਰੈਜ਼ਾਈਡ ਕਰ ਰਿਹਾ ਸੀਗਾ, ਤੁਹਾਡੀ ਫਿਲਮ ਵਿੱਚ ਵੀ ਦਿਖਾਇਆ। ਜਦੋਂ ਲੀਬੀਆ ਅਤੇ ਸੀਰੀਆ ਦੀ ਲੜਾਈ ਹੋਈ, ਪਤਾ ਨਹੀਂ ਕਿੱਥੋਂ ਸਾਡੇ ਸਿੱਖ ਜੱਥੇ, ਸਾਡੇ ਯੰਗਸਟਰ ਪਤਾ ਨਹੀਂ ਕਿੱਥੋਂ ਆਏ। ਕਿਉਂ ਕਰ ਰਹੇ ਸੀਗੇ? ਕਿਉਂਕਿ ਹਿਊਮੈਨਿਟੇਰੀਅਨ ਸਟ੍ਰੀਕ ਹੈਗੀ। ਜਦੋਂ ਵੀ ਸਿੱਖ ਧਰਮ ਕਿੱਥੇ ਕਮਸ ਅੰਡਰ ਅਟੈਕ, ਅਫਗਾਨਿਸਤਾਨ ਇਜ਼ ਅ ਕੇਸ ਇਨ ਪੁਆਇੰਟ। ਅਫਗਾਨਿਸਤਾਨ 'ਚ ਸਾਡੇ ਜਿਹੜੀ ਸਿੱਖ ਭੈਣ ਭਰਾ ਹੈਗੇ ਉੱਥੇ ਉਹਨਾਂ ਨੇ ਕਿਹਾ ਜੀ ਇਹ ਗੁਰਦੁਆਰਿਆਂ 'ਤੇ ਹਮਲਾ ਹੋ ਰਿਹਾ ਹੈ ਅਤੇ ਸਰੋਪਾ ਸਾਹਿਬ ਸਰਕਾਰ ਨੇ ਅਰੇਂਜਮੈਂਟ ਕੀਤੇ ਕਿ ਨਹੀਂ ਕੀਤੇ? ਕੋਈ ਬੜਾ ਚੰਗਾ ਲੀਡਰ ਕਾਂਗਰਸ ਪਾਰਟੀ ਦਾ ਸਾਡੇ ਵਿੱਚ ਸ਼ਾਮਿਲ ਹੁੰਦਾ, ਉਹ ਕਹਿੰਦੇ ਜੀ ਬਹੁਤ ਕਮਾਲ ਕੇ। ਥੋੜੀ ਦੇਰ ਬਾਅਦ ਕੁਝ ਲੋਕ ਕਹਿੰਦੇ ਨੇ ਬਈ ਇਹਨਾਂ ਦੀ ਤਾਂ ਕੋਈ ਪਕੜ ਹੀ ਨਹੀਂ ਹੈ, ਇਹਨਾਂ ਨੂੰ ਕਿਉਂ? ਦੇਖੋ ਥੀਸ ਵੌਇਸਿਸ ਵਿਲ ਬੀ ਹਰਡ। ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਤੁਹਾਨੂੰ ਤਜਰਬੇ ਨਾਲ ਆਪਣੇ ਐਕਸਪੀਰੀਅੰਸ ਨਾਲ ਕਹਿ ਰਿਹਾ, ਜਿਹੜੇ ਵੀ ਲੋਕ ਸਾਡੇ ਨਾਲ ਸ਼ਾਮਿਲ ਹੋਏ ਨੇ ਦੇ ਬ੍ਰਿੰਗ ਵੈਲਿਊ। ਪੁਰੀ ਸਾਹਿਬ, ਮੇਰਾ ਸਵਾਲ ਥੋੜਾ ਜਿਹਾ ਡਾਇਵਰਟ ਹੋ ਗਿਆ। ਡਾਇਵਰਟ ਇਸ ਪਾਸੇ ਹੋ ਗਿਆ ਕਿ ਜਿਹੜਾ ਇਹ ਆਰਐਸਐਸ ਦਾ ਹਿੰਦੂ ਰਾਸ਼ਟਰ ਦਾ ਆਈਡੀਆ ਹੈਗਾ ਔਰ ਜਿਹੜਾ ਦਲਿਤ ਜਾਂ ਸਿੱਖਾਂ ਦੇ ਮਨ 'ਚ ਡਰ ਹੈਗਾ, ਇਹਨੂੰ ਕੱਢਿਆ ਕਿਸ ਤਰ੍ਹਾਂ ਜਾ ਸਕਦਾ? ਬੀਜੇਪੀ ਦਾ ਐਫਰਟ ਕੀ ਹੈਗਾ? ਦੇਖੋ ਇੰਜਾ ਤੁਸੀਂ ਕਾਸਟ ਸਿਸਟਮ ਵਿੱਚ ਚਲੇ ਜਾਓ, ਜਿਹੜੀ ਸਾਡੀਆਂ ਟ੍ਰੈਡੀਸ਼ਨਲ 4-fold ਕਾਸਟ ਡਿਵੀਜ਼ਨ ਸੀਗੀਆਂ, ਬ੍ਰਾਹਮਣ, क्षत्रिय ऐश सो एंड सो। देखो सोसाइटी बहुत चेंज हो गई है, बहुत चेंज हो गई है। अगर कोई साडे जेड़े
ਜਿਨ੍ਹਾਂ ਨੂੰ ਤੁਸੀਂ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਕੀਤੇ ਨੇ, ਅਫਰਮੇਟਿਵ ਐਕਸ਼ਨ ਰਹੀ ਹੈ ਸਰਕਾਰ ਦੀ ਤਰਫੋਂ ਜੋ ਅਸੀਂ ਕਰ ਸਕੇ ਹਾਂ। ਅਗਰ ਹੋਰ ਵੀ ਕੋਈ ਚੀਜ਼ਾਂ ਹੈਗੀਆਂ ਤੇ ਉਹ ਰਿਜ਼ਰਵੇਸ਼ਨ ਜਾਂ ਬਾਕੀ ਚੀਜ਼ਾਂ, ਬਾਕੀ ਜਿਹੜੇ ਸੁਸਾਇਟਲ ਐਟੀਟਿਊਡ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ। ਚਾਹੇ ਉਹ ਰਵਿਦਾਸ ਕਮਿਊਨਿਟੀ ਹੋਏ, ਰਾਮਦਾਸੀਏ ਹੋਣ, ਵਾਲਮੀਕੀ, ਸਾਰਿਆਂ ਦਾ ਹਿੰਦੂ ਸੁਸਾਇਟੀ ਵਿੱਚ ਕੁਛ ਨਹੀਂ, ਕੋਈ ਪ੍ਰੋਬਲਮ। ਹਿੰਦੂ ਸੁਸਾਇਟੀ, ਹਿੰਦੂ ਰਿਲੀਜਨ ਇੱਕ ਅਸਿਮਿਲੇਟਿਵ ਰਿਲੀਜਨ ਹੈ। ਸਿੱਖ ਰਿਲੀਜਨ ਆਲਸੋ, ਸਾਡੀ ਪਰਸੈਂਟੇਜ ਆਫ ਪੋਪੂਲੇਸ਼ਨ ਬੜੀ ਛੋਟੀ ਹੋਈ, ਬਟ ਇਟ ਇਜ਼ ਵਨ ਆਫ ਦ ਗ੍ਰੇਟ ਰਿਲੀਜਨਸ ਔਨ ਦ ਵਰਲਡ। ਮੈਂ ਕਨਕਲੂਡ ਕਰਾਂਗਾ ਬਿਕਾਜ਼ ਇਸ ਤੇ ਸੋਸ਼ੀਓਲੋਜੀਕਲ ਡਿਸਕਸ਼ਨ ਬੜੀ ਲੰਬੀ ਹੋ ਸਕਦੀ ਹੈ। ਦੇਖੋ ਜੀ, ਗੁਰੂ ਮਹਾਰਾਜ ਦੇ ਸਮੇਂ ਜੈਂਡਰ ਇਕੁਆਲਿਟੀ, ਠੀਕ ਹੈ, ਇਨਵਾਇਰਨਮੈਂਟਲ ਪ੍ਰੋਟੈਕਸ਼ਨ, ਇਹ ਯੂਨਾਈਟਿਡ ਨੇਸ਼ਨ ਸੰਯੁਕਤ ਰਾਸ਼ਟਰ ਨੇ ਤੇ ਆਪਣੇ ਸਸਟੇਨੇਬਲ ਡਿਵੈਲਪਮੈਂਟ ਗੋਲਸ 2016 ਚ ਕੀਤੇ ਨੇ। ਗੁਰੂ ਮਹਾਰਾਜ ਨੇ 500 ਸਾਲ ਪਹਿਲੇ ਹੀ ਟਾਕਡ ਅਬਾਊਟ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਐਂਡ ਥੀਸ ਥਿੰਗ। ਦੂਸਰਾ, ਗੁਰੂ ਮਹਾਰਾਜ ਜਿਹੜੇ ਸਾਡੇ ਸਕਸੈਸਿਵ ਗੁਰੂ ਸੀਗੇ, ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਦੇ ਆਸ-ਪਾਸ ਕੌਣ ਲੋਕ ਸੀਗੇ, ਉਹ ਕਿਸ ਤਰ੍ਹਾਂ ਉਹਨਾਂ ਦੀ ਐਵੋਲਿਊਸ਼ਨ ਹੋਈ ਹੈ, ਕਿਸ ਤਰ੍ਹਾਂ ਖਾਲਸਾ ਦੀ ਇਸਟੈਬਲਿਸ਼ਮੈਂਟ ਹੋਈ ਹੈ। ਤੇ ਮੈਂ ਕੰਟਰਡਿਕਸ਼ਨਸ ਨੂੰ ਕੁਝ ਲੋਕ ਹੋਣਗੇ ਸੋਸਾਇਟੀ, ਦੇ ਵਿਲ ਟਰਾਈ ਟੂ ਪਲੇ ਇਟ ਅਪ। ਇਹ ਕੰਟਰਡਿਕਸ਼ਨਸ ਹੈਗੀਆਂ ਨਹੀਂ। ਮੈਚੁਰ ਪੋਲਿਟਿਕਸ ਦਾ ਮੇਰੇ ਹਿਸਾਬ ਨਾਲ, ਤੇ ਮੈਨੂੰ ਦੁੱਖ ਹੁੰਦਾ ਹੈ ਕਿ ਸਾਡੇ ਪੋਲੀਟੀਕਲ ਸਿਸਟਮ ਵਿੱਚ ਲੋਕ ਜੋ ਹੈ ਨਾ, ਅਸਲੀ ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ, ਬਿਕਾਜ਼ ਇਟਸ ਅਬਾਊਟ ਡਿਲੀਵਰੀ ਆਫ ਗੁੱਡਸ ਐਂਡ ਸਰਵਿਸਿਜ਼, ਵਿਕਾਸ, ਡਿਵੈਲਪਮੈਂਟ। ਅਸੀਂ ਉਹਨੂੰ ਭੁੱਲ ਕੇ ਕਦੀ ਸਾਡੀ ਪੋਲੀਟੀਕਲ ਕਲਾਸ ਡਿਸਕਸ਼ਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੇ ਤੁਹਾਡੇ ਸਵਾਲ ਦਾ ਜਵਾਬ ਅਸਲੀ ਉਹ ਹੈਗਾ। ਠੀਕ ਹੈ, ਇਹ ਤੁਹਾਡਾ ਤਰਕ ਹੋ ਸਕਦਾ ਕਿ ਸਿੱਖਾਂ ਦੇ ਨਾਲ ਕੁਛ ਜਾਂ ਦਲਿਤਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੈਗੀ, ਇਹ ਗੱਲ ਠੀਕ ਹੈ। ਪਰ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹ ਗੱਲ ਕਰਦੇ ਨੇ, ਕਮੈਂਟ ਕਰਦੇ ਨੇ ਕਿ ਅੰਮ੍ਰਿਤਪਾਲ ਐਪੀਸੋਡ ਦੇ ਵਿੱਚ ਬਹੁਤ ਸਾਰੇ ਨਿਰਦੋਸ਼ ਸਿੱਖਾਂ ਨੂੰ ਔਰ ਦਲਿਤ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਬਹੁਤ ਸਾਰੇ ਲੋਕਾਂ ਤੇ ਨਜਾਇਜ਼ NSA ਲਾਤੇ, ਉਹਨਾਂ ਨੂੰ ਹਟਾਉਣਾ, ਉਹ NSA ਵਾਪਸ ਲੈਣਾ ਚਾਹੀਦਾ, ਉਹ ਇੱਕੋ ਸਮੇਂ ਤੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆ। ਫਿਰ ਸੈਂਟਰ ਦਾ ਇਸ ਤੇ ਟੇਕ ਕੀ ਹੈਗਾ? ਦੇਖੋ, ਅਕਾਲ ਤਖਤ ਤੇ ਜੇ ਜਥੇਦਾਰ ਸਾਹਿਬ ਇਹ ਗੱਲ ਕਰਦੇ ਨੇ ਤੇ ਉਹ ਪੂਰੇ ਸਿੱਖ ਸੈਕਸ਼ਨ 'ਚ ਉਹਦਾ ਮੈਸੇਜ ਜਾਂਦਾ ਹੈ। ਕਿੰਨਾ ਮੈਸੇਜ ਜਾਂਦਾ ਹੈ ਜਥੇਦਾਰ ਸਾਹਿਬ ਦਾ ਸਿੱਖ ਕਮਿਊਨਿਟੀ, ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ। ਓਕੇ, ਲਾਅ ਐਂਡ ਆਰਡਰ ਜੋ ਹੈਗਾ ਸਟੇਟ ਸਬਜੈਕਟ ਹੈਗਾ, ਠੀਕ ਹੈ। ਅਗਰ ਕਿਸੇ somebody who's a fugitive from law, ਅਗਰ ਉਹਦੇ 'ਚ ਕਿਸੇ ਨੂੰ ਅਰੈਸਟ ਕੀਤਾ ਗਿਆ ਹੈ ਤੇ ਉਹਨਾਂ ਨੇ ਸਟੇਟਮੈਂਟ ਜੋ ਦਿੱਤੀ ਹੈ, ਬੜੇ ਲੋਕ ਰਿਲੀਜ਼ ਵੀ ਹੋ ਗਏ, ਮੈਨੂੰ ਨਹੀਂ ਪਤਾ। ਮੈਂ ਤੁਹਾਨੂੰ ਮੋਦੀ ਜੀ ਦੀ ਤਰਫੋਂ ਦੱਸਣਾ ਚਾਹੁੰਦਾ, ਸਾਰੀਆਂ ਲੌਂਗ ਸਟੈਂਡਿੰਗ ਡਿਮਾਂਡਸ ਜਿਹੜੀਆਂ ਸੀਗੀਆਂ ਸਿੱਖ ਕਮਿਊਨਿਟੀ ਦੀਆਂ, ਸਾਰੀਆਂ, ਕਿ ਉਦੋਂ 84 ਦੇ ਬਾਅਦ ਉਹ ਜਿਹੜੀ ਬਲੈਕ ਲਿਸਟ ਬਣੀ ਸੀਗੀ, ਉਹ ਬਲੈਕ ਲਿਸਟ ਰਿਮੂਵ ਹੋਣੀ ਚਾਹੀਦੀ ਹੈ, ਹੋ ਗਈ ਰਿਮੂਵ। ਬਾਕੀ ਡਿਮਾਂਡ ਸੀਗੇ ਜੋ ਕਰਤਾਰਪੁਰ ਸਾਹਿਬ ਲਹਿੰਗਾ, ਉਹ ਉਹਨਾਂ ਨੇ ਪੂਰਾ ਕੀਤਾ। ਦੇਖੋ, ਜਿਸ ਸੁਸਾਇਟੀ 'ਚ ਵੀ ਥੋੜੀ ਜੀ ਟੈਂਸ਼ਨ ਹੋਏ ਜਾਂ ਕੌਨਫਲਿਕਟ ਹੋਏ, ਕੁਐਸਚਨਸ ਤੇ ਆਉਣਗੇ, ਬਟ ਸੈਂਟਰਲ ਗਵਰਨਮੈਂਟ ਦਾ ਜੋ ਰਵੱਈਆ, ਸੈਂਟਰਲ ਗਵਰਨਮੈਂਟ ਦਾ ਜੋ ਐਟੀਟਿਊਡ ਰਿਹਾ, ਸੈਂਟਰਲ ਗਵਰਨਮੈਂਟ ਦੀ ਜੋ ਰਿਸਪੌਂਸਿਸ ਰਹੀਆਂ, ਮੈਨੂੰ ਮੇਰੀ ਲਾਈਫ ਟਾਈਮ ਵਿੱਚ, ਮੈਂ 39 years ਆਈ ਵਾਜ਼ ਇਨ ਦ ਫੋਰਨ ਸਰਵਿਸ, ਤੋਂ ਬਾਅਦ 5 ਸਾਲ ਮੈਂ UN ਸਿਸਟਮ 'ਚ ਰਿਹਾ, 44 ਦੇ ਬਾਅਦ 6 ਸਾਲ ਮੈਨੂੰ ਮੰਤਰੀ ਹੋ ਗਿਆ। 50 ਸਾਲ ਵਿੱਚ ਮੈਂ ਸੈਂਟਰ ਵਿੱਚ ਇੰਨੀ ਪ੍ਰੋ ਸਿੱਖ ਗਵਰਨਮੈਂਟ ਦਾ ਮਤਲਬ ਹੈ ਜਿਹਨੂੰ ਸੈਂਸਿਟਿਵਿਟੀ, ਕੋਈ ਵੀ ਸਿੱਖ ਇਸ਼ੂ ਹੁੰਦਾ, ਹਮੇਸ਼ਾ ਮੋਦੀ ਜੀ ਪਰਸਨਲੀ ਤੇ ਸਰਕਾਰ ਜਿਹੜੀ ਹੈ ਉਹਨਾਂ ਦੇ ਅਕੋਮੋਡੇਟਿਵ ਸਟੈਂਡ ਹੁੰਦਾ ਨਾ। ਇਹਦੇ ਦੋ ਇੰਪਲੀਕੇਸ਼ਨਸ ਹੈਗੀਆਂ। ਇੱਕ ਤੇ ਜਿਨ੍ਹਾਂ ਲੋਕਾਂ ਨੂੰ ਆਪਣੇ ਆਪ ਅੱਗੇ ਵੱਧ ਕੇ ਕੰਟਰੀਬਿਊਸ਼ਨ ਕਰਨੀ ਚਾਹੀਦੀ है, वो थोड़े समझते हैं कि यहाँ पे जितना डिमांड करोगे वो कंसीड करनी पड़ेगी उनको, तो थोड़ा सा वो एटीट्यूड है विच को मैं उसकी निंदा करता हूँ। देखो साढ़े सामने मुद्दा बिल्कुल सिंपल है, ये बाई इलेक्शन है, तुसी कहोगे बाई इलेक्शन किस तरह हो जाएगी, बट बाई इलेक्शन इज पार्ट ऑफ अ ओवरऑल प्रोसेस। बिल्कुल पंजाब नूं असी केड़ी तरफ ले जाना है, पंजाब नैशनल डिवेलपमेंट मेन स्ट्रीम जो हैगी, नैशनल डिवेलपमेंट मेन स्ट्रीम की है। 2014 जो मोदी जी ने रिस्पॉन्सिबिलिटी संभाली, साड़ी पोजिशन ग्लोबल इकोनॉमी 10वें स्थान पर सी, 10th पोजिशन, आज 5वें रैंक पे हाँ सी। जिस रेट पे हमारी इकोनॉमिक डेवलपमेंट हो रही है, इट्स ओनली अ मैटर ऑफ टाइम, हम 2030 तक
तीसरे स्थान पे होंगे दुनिया में। ना दुनिया में तीसरे स्थान पे इंडियन इकोनॉमी हो तो जो लोग बाहर हैं वो सारे वापस आने की बात कर रहे हैं। ਹੁਣ ਡਾਕਟਰਸ ਇਨ US ਕੈਨੇਡਾ ਵੱਡੀ ਵੱਡੀਆਂ ਮੈਡੀਸਿਟੀਜ਼ ਬਣ ਰਹੀਆਂ ਨੇ, ਡਾਕਟਰ ਸਾਰੇ ਆ ਕੇ ਵਾਪਸ ਇੰਡੀਆ ਨੌਕਰੀਆਂ ਢੂੰਡਣ। ਤੇ ਅਸੀਂ ਕੀ ਕਰ ਰਹੇ ਹਾਂ ਪੰਜਾਬ ਵਿੱਚ? ਸਾਡਾ ਬੱਚਾ 8ਵੀਂ ਕਲਾਸ ਤੱਕ ਪਹੁੰਚਦਾ ਨਹੀਂ ਐਂਡ ਦ ਪੇਰੈਂਟ ਸਟਾਰਟ ਕਿ ਜ਼ਮੀਨ ਵੇਚੋ, ਇਹਨੂੰ ਬਾਹਰ ਭੇਜੋ। ਕਦੀ ਕਿਸੇ ਨੇ ਇੱਥੇ ਸਟੱਡੀ ਕੀਤੀ ਹੋ? ਸਾਡੇ ਜਿਹੜੇ ਬੱਚੇ ਨੇ ਬਾਹਰ ਜਾ ਕੇ ਕਰ ਕੀ ਰਹੇ ਨੇ? ਕਿਹਦੀ ਗਲਤੀ ਹੈ? ਮੈਂ ਕਿਸੇ ਇੱਕ ਆਦਮੀ ਦੀ ਗਲਤੀ, ਕਿਸੇ ਤੁਹਾਡੀ ਨਿਆਣਿਆਂ ਦੀ, ਉਹ ਬੱਚਿਆਂ ਦੀ ਅਪਬ੍ਰਿੰਗਿੰਗ ਦੀ ਗੱਲ ਨਹੀਂ ਕਰ ਰਿਹਾ। ਪੋਲੀਟੀਕਲ ਡਿਸਕੋਰਸ ਜਿਹੜਾ ਰਿਹਾ ਪੰਜਾਬ ਵਿੱਚ, ਦੈਟ ਇਜ਼ ਐਟ ਫਾਲਟ। ਕਿ ਪੰਜਾਬ ਦੀ ਕਿਉਂਕਿ ਇਹਨਾਂ ਨੇ ਡਿਵੈਲਪਮੈਂਟ 'ਚ ਆਪਣਾ ਦਿਮਾਗ ਨਹੀਂ ਲਗਾਇਆ। ਕਦੀ ਕਦੀ ਮੈਨੂੰ ਲੱਗਦਾ ਕਿ ਹਾਰਡ ਵਰਕ ਤੇ ਮਿਹਨਤ ਦੀ ਜਿਹੜੀ ਆਦਤ ਹੈ ਨਾ, ਉਹ ਹੀ ਖਤਮ ਹੋ ਗਈ ਇੱਥੇ। ਅਸੀਂ ਕਹਿੰਦੇ ਅਸੀਂ ਰੂਰਲ ਐਗਰੇਰੀਅਨ ਸੁਸਾਇਟੀਆਂ, ਵੀ ਵਰਸ਼ਿਪ ਆਰ ਪੈਜ਼ੈਂਟਰੀ ਬਿਕੋਜ਼ ਅੰਨਦਾਤਾ ਹੈਗੇ, ਪਰ ਮਿਹਨਤ ਕੌਣ ਕਰ ਰਿਹਾ ਫੀਲਡ ਵਿੱਚ? ਹਾਂ, ਸਾਡੇ ਕਾਕਾ ਜੀ ਤਾਂ ਠੇਕੇ ਤੇ ਪਹੁੰਚੇ ਹੋਏ ਨੇ, ਸਮਝੇ ਨੇ, ਔਰ ਨਹੀਂ ਠੇਕੇ ਤੇ ਪਹੁੰਚੇ ਤਾਂ ਜਾ ਕੇ ਬਾਹਰ ਦੁਬਈ ਤੇ ਕਿੱਥੇ ਆਸਟ੍ਰੇਲੀਆ ਤੇ ਜਿੱਥੇ ਵੀ ਜਾਣਾ ਚਾਹੁੰਦੇ ਨੇ। ਤਾਂ ਇਹਦੇ ਸਾਨੂੰ ਸੀਰੀਅਸ ਇੰਟਰੋਸਪੈਕਸ਼ਨ ਕਰਨੀ ਪਏਗੀ। ਮੈਨੂੰ ਲੱਗਦਾ ਹੈ ਅਗਰ ਅਸੀਂ ਇਹ ਸਿਰਫ ਫੈਸਲਾ ਕਰ ਲਈਏ ਕਿ ਪੰਜਾਬ ਨੂੰ ਅਸੀਂ ਇਕਨੋਮਿਕ ਪ੍ਰੋਗਰੈਸ ਵਾਸਤੇ ਬਾਕੀ ਸਾਡੀਆਂ ਜਿਹੜੀਆਂ ਸਕਸੈਸਫੁਲ ਸਟੇਟਸ ਤੇ ਉਹਨਾਂ ਨਾਲ ਅਸੀਂ ਜੋੜ ਲਈਏ, ਸਾਡੀ ਪ੍ਰੋਬਲਮ ਆਪਣੇ ਆਪ ਸੋਲਵ ਹੋ ਜਾਏਗੀ। ਤੁਸੀਂ ਕਿਹਾ ਉਹਦੇ ਵਾਸਤੇ ਬੀਜੇਪੀ ਚਾਹੀਦੀ ਹੈ। ਤੁਸੀਂ ਕਿਹਾ ਕਿ ਪੰਜਾਬ ਰੂਰਲ ਐਗਰੇਰੀਅਨ ਸੁਸਾਇਟੀ ਹੈਗੀ ਹੈ। ਪੰਜਾਬ ਦੇ ਵਿੱਚ ਇੱਕ ਇਹ ਵੀ ਇਸ਼ੂ ਹੈਗਾ ਇਸ ਸਮੇਂ ਕਿ ਪੰਜਾਬ ਐਗਰੇਰੀਅਨ ਸਟੇਟ ਹੈ। ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੀਆਂ ਖੇਤਾਂ ਨਾਲ ਜੁੜਿਆ, ਪੰਜਾਬ ਦੀਆਂ ਮੰਡੀਆਂ ਨਾਲ ਜੁੜਿਆ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀਗਾ ਕਰੀਬਨ 3000 ਕਰੋੜ ਰੁਪਇਆ, ਸੈਂਟਰ ਉਹ ਦੱਬ ਕੇ ਬੈਠਾ ਦੇ ਨਹੀਂ ਰਿਹਾ। ਅਸੀਂ ਸਟੇਟ ਨੂੰ, ਪੰਜਾਬ ਦੇ ਕਿਸਾਨਾਂ ਨੂੰ ਜਵਾਬਦੇਹ ਹੈਗੇ ਆ। ਉਹੀ ਕਿਸਾਨ ਜਿਹੜਾ ਅਗੇਨ ਸਿੱਖ ਸੈਕਸ਼ਨ ਦੇ ਨਾਲ ਜੁੜਦਾ, ਦਲਿਤ ਸੈਕਸ਼ਨ ਨਾਲ ਜੁੜਦਾ। ਇਹ ਸਰੇਆਮ ਝੂਠ ਬੋਲਦੇ ਨੇ। ਜਦੋਂ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਦੋਂ ਇਹ 3 ਕਾਨੂੰਨ ਐਗਰੇਰੀਅਨ ਲਾਜ਼ ਪਾਸ ਹੋਏ, ਸਭ ਤੋਂ ਪਹਿਲੀ ਸਟੇਟ ਜਾਂ ਅਸੈਂਬਲੀ ਜੋ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਅਪਰੂਵ ਕੀਤਾ, ਉਹ ਦਿੱਲੀ ਦੀ ਅਸੈਂਬਲੀ ਸੀਗੀ। ਕਿ ਉਸ ਵਕਤ ਇਹ ਕਹਿ ਰਹੇ ਸੀਗੇ बहुत बढ़िया लॉज हैं, बहुत बढ़िया लॉज हैं, इससे ये हो जाएगा वो हो जाएगा। बुरा ना मनाना, अकाली दल लीडर्स ने भी कैबिनेट ਤੇ ਪਾਰਲੀਮੈਂਟ 'ਚ ਬੈਠ ਕੇ ਇਹਦੀ ਤਾਰੀਫ ਕੀਤੀ ਸੀਗੀ। ਉਹ ਮੈਂ ਉਹਦੇ 'ਚ ਪੈਣਾ ਨਹੀਂ ਚਾਹੁੰਦਾ ਤੇ ਪਤਾ ਨਹੀਂ ਬਾਅਦ ਵਿੱਚ ਕੀ ਹੋਇਆ। ਬਾਅਦ ਉਹਨਾਂ ਨੂੰ ਲੱਗਿਆ ਇਹ ਰਾਜਨੀਤੀ ਕਰਨ ਦਾ ਮੌਕਾ ਹੈ। तो अगर तुसी राजनीतिक रोटियां सेकनी है आपने तो किसी मुद्दे को उठा लीजिए। मैं आपको बता रहा हूं जो इन्होंने कानूनी काम किया है, जो इन्होंने किसानों के साथ किया, इन्होंने किसानों के हित के खिलाफ काम किया ऑल द टाइम। जदों इन्होंने मौका जो सीगा ना, इन्होंने बड़ा बड़ा कर्जा सीगा। जब पिछले चुनाव हुए तो इनका कर्जा था कोई 2,81,000 करोड़ ओपन। जब मैं कैप्टन साहब नाल बैठा सीगा एक चुनाव इलेक्शन मीटिंग है तो मैं उन्होंने पिया, मैंने कहा जी ये तो बड़ा बड़ा कर्जा है, किस तरह सी का कहते नहीं, ये 2,81,000 करोड़ तो इन्होंने ऑफिशियली डिक्लेयर्ड है कोई 4-5 लाख करोड़। अच्छा, इन्होंने ये पुछो तुसी बाकी जेडे डिसीजनस लिते ने, ठीक है, मैं तो याद करवाया जी हर एक परिवार की महिला जिसकी आयु 18 साल के ऊपर, एक तो वो पूछ लेना। दूसरा तुसी पूछो उन्होंने कि आपने नशा मुक्ति की बात की थी, आप ये बताइए जो एथेनॉल बनाने के लिए आपकी शुगर केन थी वो भी आपने पोर्टेबल अल्कोहल या दारू में डाइवर्ट कर दी, तो नशा मुक्ति की बात। तीसरा उन्होंने एक सवाल ये पूछना, मैं पूछना थोड़े कॉन्क्लेव, आपने किसानों के लिए क्या कहा है। मैं पिछे गया सीगा, मनो थैंक यू फॉर आस्किंग दिस क्वेश्चन, एक कितने संगरूर गया सीगा शायद मैं, जिथे एक कंप्रेस बायोगैस प्लांट साड़ी ऑयल कंपनी ने बनाया, जर्मन कंपनी वर्ब्यू नाल। माननीय मुख्यमंत्री भी थे मेरे साथ, मान साहब, ते उत्थों दे रहने वाले ने। ये पता अपने घर नहीं जा सकते, किसानां ने इन्हां दे घर नूं ही केयर रखिया सीगा। तो इन्हां नूं पुछो तुसी किसानां दी गल अपने आप करो, सेंटर नूं तो ब्लेम करना। पिछे आए सीगे तो उन्होंने कहा जी हाँ हमारे पास हमें इतने 1,000 करोड़ चाहिए तो क्या है सेंटर दे हमें। देखो जिन्हों राजनीति समझ ना होवे, प्रोडक्टिव एक्सपेंडिचर, रैशनल एक्सपेंडिचर, तो दूसरा इन्हां दा चक्कर है झूठ बोलने वाला स्टाइल। इसलिए मैं इत्थे ही आई स्टॉप ऑन देयर किसान थिंग, बट जदों भी तुहानूं थोड़ा समय होए तो आई एम विलिंग टू सिट विद यू कि जिन्ना मोदी जी ने कीता है किसानां दी जेब विच डायरेक्ट पैसा भेजना,
जो उन्होंने फर्टिलाइजर ते बाकी सब्सिडी कीते और इन्होंने झूठ ते भ्रम फैलाया। इन्होंने की क्या, अभी ये हुआ मंडियां बंद हो जाएंगी, प्रोक्योरमेंट बंद हो जाएगी। प्रोक्योरमेंट पिछले साल से ज़्यादा हुई है, मंडियां ना बंद हुई है। तो इन्हों का ट्रैक रिकॉर्ड इत्थे उन्हों का तो कुछ होर लोगों का भी। ਜਦੋਂ ਇਹ ਗੱਲ ਕਿਸਾਨਾਂ ਦੀ ਚੱਲ ਹੀ ਰਹੀ ਹੈ, ਇਹਦੇ ਨਾਲ ਕਿਸਾਨਾਂ ਨੂੰ ਔਰ ਆਮ ਲੋਕਾਂ ਨੂੰ ਦੋਨਾਂ ਨੂੰ ਇਫੈਕਟ ਕਰਨ ਵਾਲੀ ਚੀਜ਼ ਹੈਗੀ ਹੈ ਜਿਹੜੀ ਤੁਹਾਡੇ ਮਹਿਕਮੇ ਨਾਲ ਜੁੜੀ ਹੈ, ਪੈਟਰੋਲੀਅਮ। ਜਦੋਂ ਪੈਟਰੋਲ ਡੀਜ਼ਲ ਦੀ ਕੀਮਤ ਵੱਧਦੀ ਹੈ, ਉਹਦੇ ਨਾਲ ਖੇਤੀ ਦੀ ਲਾਗਤ ਵੀ ਵੱਧ ਜਾਂਦੀ ਹੈ ਔਰ ਸ਼ਹਿਰ ਦੇ ਲੋਕਾਂ ਨੂੰ ਮਿਲਣ ਵਾਲੀ ਹਰ ਚੀਜ਼ ਦੀ ਕੀਮਤ ਵੀ ਵੱਧ ਜਾਂਦੀ ਹੈ। ਹਰਦੀਪ ਸਿੰਘ ਪੁਰੀ ਉਹ ਸ਼ਖਸ ਨੇ ਜਿਹੜੇ ਬਹੁਤ ਲੰਬੇ ਸਮੇਂ ਤੋਂ ਅਰਬਨ ਡਿਵੈਲਪਮੈਂਟ ਤੇ ਪੈਟਰੋਲੀਅਮ ਮਿਨਿਸਟਰ ਰਹੇ ਨੇ, ਸ਼ਾਇਦ ਇੰਨਾ ਸਮਾਂ ਕੋਈ ਰਿਹਾ ਵੀ ਨਹੀਂ ਹੈ, ਤੇ ਇਹ ਡਾਇਰੈਕਟ ਤੁਹਾਡੇ ਰਿਪੋਰਟ ਕਾਰਡ ਨਾਲ ਜੁੜੀ ਹੋਈ ਚੀਜ਼ ਹੈਗੀ ਹੈ। ਪੈਟਰੋਲ ਸ਼ਹਿਰ ਦੇ ਲੋਕਾਂ ਨੂੰ ਵੀ ਔਰ ਡੀਜ਼ਲ ਸਾਰੇ ਰੂਰਲ ਖੇਤੀ ਕਰਨ ਵਾਲੇ ਲੋਕਾਂ ਨੂੰ ਵੀ ਬਹੁਤ ਮਹਿੰਗਾ ਲੱਗਦਾ, ਉਹਦੇ 'ਚ ਤੁਸੀਂ ਕੀ ਕਹਿੰਦੇ ਹੋ? मैं तो पहले तो तुहाडा धन्यवाद करना चाहना, तुसी ये सवाल पूछा तो मेरा रिपोर्ट कार्ड तुसी खुद ही टेस्ट कर लेना। पहली गल तो मैं पेट्रोलियम मिनिस्ट्री बहुत लंबे टाइम तो सर्व नहीं करा। 9 जुलाई 2021 तो मैं 2 साल भी नहीं हुए ने। मैं तुहानू पहले कुछ चंगी खबर दे दियां। अप्रैल 2022 तो ना ਪੈਟਰੋਲ ਦਾ ਦਾਮ ਇੰਡੀਆ 'ਚ ਵਧਿਆ, ਨਾ ਡੀਜ਼ਲ ਦਾ ਦਾਮ ਵਧਿਆ। ਨੰਬਰ 1 ਦੁਨੀਆ ਬਾਰੇ ਤੁਸੀਂ ਦੇਖ ਲਓ, ਆਸ-ਪਾਸ ਦੇ ਦੇਸ਼ ਹੈਗੇ ਜਿਸ ਤਰ੍ਹਾਂ ਪਾਕਿਸਤਾਨ, ਸ਼੍ਰੀਲੰਕਾ, ਅਮਰੀਕਾ, ਕਿਸੇ ਕੰਟਰੀ ਦਾ ਦੇਖ ਲਓ ਜਿਹੜੀ ਰੇਟ ਆਫ ਇੰਕਰੀਜ਼ ਹੈ ਪੈਟਰੋਲ ਪ੍ਰਾਈਸ ਦੀ, ਉਹਨਾਂ ਕੰਟਰੀਜ਼ ਵਿੱਚ ਤੇ ਇੰਡੀਆ ਵਿੱਚ ਸਭ ਤੋਂ ਲੋਐਸਟ ਇੰਕਰੀਜ਼ ਇੰਡੀਆ 'ਚ ਹੈਗੀ। ਤੇ ਇੰਡੀਆ 'ਚ ਇੰਕਰੀਜ਼ ਹੋਈ ਨਹੀਂ ਹੈ। ਕਿਉਂ ਨਹੀਂ ਹੋਈ ਹੈ? ਉਹਦਾ ਕਾਰਨ ਹੈ हरदीप सिंह पुरी अगर पेट्रोलियम मिनिस्टर हो तो ही इज़ ओनली अ स्मॉल इंस्ट्रूमेंट। उसका कारण यह है कि साढ़े माननीय प्रधानमंत्री जी ने 2 अवसर पर नवंबर 2021 ते मई 2022 उन्होंने सेंट्रल एक्साइज जो है पेट्रोल और डीजल ते कट की है। 2 ट्वाइस, नवंबर 21, मई 22। साढ़े जड़ियाँ बीजेपी रूल स्टेट सीगियां उन्होंने भी अपना वैट विच इज़ अ परसेंटेज उन्होंने वो भी कट किया। इस वक्त हालत यह है कि जी बीजेपी रूल स्टेट सीगियां उत्थे पेट्रोल का डीजल प्राइस, पेट्रोल का दस रहे ना, अगर पेट्रोल का प्राइस बीजेपी स्टेट 84 रुपए है तो नॉन बीजेपी स्टेट 100 रुपए है या 98 रुपीज़ है। एक दिस इज अनदर इशू जो मोदी जी सरकार नो 10 आउट ऑफ 10 मिलते हैं। ये नहीं कि मैं पेट्रोलियम मिनिस्टर होर भी कोई पेट्रोलियम मिनिस्टर होंदा, पॉलिसी साडी यही रहनी सी। इस वक्त असी साडी जिहड़ी पेट्रोल कंजम्पशन है, क्रूड ऑयल असी 85% इंपोर्ट करने। दुनिया भर पेट्रोल क्रूड ऑयल जिहड़ी प्रोडक्शन हैगी ते कंजम्पशन हैगी 100 मिलियन बैरल्स पर डे हैगी, जिहदे विचों इंडिया दी कंजम्पशन 5 मिलियन बैरल्स पर डे है। आने वाले समय की होएगा क्योंकि साड़ी जो रेट ऑफ ग्रोथ है दुनिया तो 3 गुना ज़्यादा है। वो इसलिए ज़्यादा है क्योंकि साड़ी इकोनॉमी ठीक चल रही है। कोविड महामारी के दौरान मार्च 2021 का मैं तुहानू फिगर कहा, पेट्रोल प्राइस आ गई सी $19.56, वो उठ के 120 तक पहुँच गई। असी की कीता, देश भर कोई इहो जी जगह नहीं है जिथे गैस सिलेंडर की शॉर्टेज हुई हो या जिथे पेट्रोल की शॉर्टेज हुई हो या डीजल की। असी प्राइस भी मेनटेन किया, प्राइस नो वधन नहीं दिता। तो अज इस सिचुएशन है कि कोई पेट्रोल प्राइस की गल नहीं करता। एक ओपोजिशन पार्टी उन्होंने एक युवा नेता है, वो कभी कभी वो जोड़े नोट्स बनाते है ना लोग, उन्होंने नोट्स कहते पेट्रोल प्राइस तो जब पेट्रोल प्राइस करता है वो साढ़े लोग जोड़े मेरे दोस्त यार बैठे ने फिर उन्होंने याद कराते हैं ये किया। इन्होंने की किया सी, ये ਜਿਹੜੇ हुकूमत की गल करते हैं। ਤੁਸੀਂ ਯੂਕਰੇਨ ਵਾਰ ਦੀ ਜਦੋਂ ਗੱਲ ਕੀਤੀ ਉਸ ਸਮੇਂ ਵੀ ਜਦੋਂ ਅਮਰੀਕਾ ਦੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਸੀਗੀਆਂ ਰਸ਼ੀਆ ਦੇ ਉੱਤੇ, ਰਸ਼ੀਆ ਤੋਂ ਤੇਲ ਨਹੀਂ ਲਿਆ ਜਾ ਰਿਹਾ ਸੀਗਾ ਉਸ ਸਮੇਂ, ਕੋਈ ਨਹੀਂ ਖਰੀਦ ਰਿਹਾ ਸੀਗਾ, ਇੰਡੀਆ ਨੇ ਹੀ ਸ਼ਾਇਦ ਖਰੀਦਿਆ ਸੀ ਉਸ ਸਮੇਂ। 2004 ਤੇ 14 ਦੇ ਵਿਚਕਾਰ ਕਾਂਗਰਸ ਦੀ ਸਰਕਾਰ ਸੀਗੀ, ਉਸ ਵਕਤ ਵੀ ਇੰਟਰਨੈਸ਼ਨਲ ਪ੍ਰਾਈਸਿਸ ਵਧੀਆਂ ਸੀਗੀਆਂ। ਇਹਨਾਂ ਨੇ ਕੀ ਕੀਤਾ, ਸਾਡੇ ਯੁਵਾ ਨੇਤਾ ਦੀ ਪਾਰਟੀ 'ਚ ਉਹਨਾਂ ਨੇ ਆਇਲ ਬੌਂਡਸ ਫਲੋਟ ਕੀਤੇ। ਆਇਲ ਬੌਂਡਸ ਕੀ ਸੀਗੇ, ਉਹਨਾਂ ਨੇ ਮਾਰਕੀਟ 'ਚ ਬੌਂਡਸ ਫਲੋਟ ਕੀਤੇ, ਪਤਾ ਨਹੀਂ ਕਿਤਨੇ 1 ਲੱਖ ਕਰੋੜ ਦੇ, ਉਹਦਾ ਮੈਨੂੰ ਦੇਣਾ ਪੈ ਰਿਹਾ 3 ਲੱਖ ਜਾਂ 4 ਲੱਖ ਕਰੋੜ ਵਾਪਸ।
ਐਗਜ਼ੈਕਟ ਫਿਗਰ ਯਾਦ ਨਹੀਂ ਹੈ। ਇੱਕ ਇਹ ਤਰੀਕਾ ਹੁੰਦਾ ਹੈ, ਅਗਰ ਤੁਹਾਨੂੰ ਤੁਸੀਂ ਇਫ ਯੂ ਆਰ ਦਾ ਹੈਡ ਆਫ ਅ ਫੈਮਿਲੀ ਤੇ ਕੋਈ ਤਕਲੀਫ ਆਉਂਦੀ ਹੈ, ਤੁਸੀਂ ਕਰਜ਼ਾ ਲੈ ਲਓ ਤੇ ਉਹ ਫਿਰ ਬੈਂਕ ਵਾਲੇ ਨਾਲ ਇਹ ਕਰਨਾ ਕਿ ਕਰਜ਼ੇ ਦਾ ਜਿਹੜਾ ਉਹ ਵਾਪਸੀ ਹੈ ਉਹ ਤੁਹਾਡੇ ਗ੍ਰੈਂਡ ਚਿਲਡਰਨ ਦੇਣ ਵਾਪਸ। ਇਹ ਉਹ ਵਾਲੀ ਉਸ ਕਿਸਮ ਦੀ ਰਾਜਨੀਤੀ ਹੈਗੀ। ਇਹ ਤਾਂ ਨਾ ਹੀ ਆਪਣਾ ਮੂੰਹ ਖੋਲਣ ਤੇ ਚੰਗਾ ਹੈ। ਯੂਕਰੇਨ ਦੇ ਟਾਈਮ ਤੇ ਕੀ ਹੋਇਆ ਸੀ, ਇਹ ਪ੍ਰੈਸ ਵਾਲਿਆਂ ਨੇ ਕਿਹਾ ਸੀਗਾ ਕਿ ਰੂਸ ਤੋਂ ਤੁਸੀਂ ਤੇਲ ਨਾ ਖਰੀਦੋ ਕਿਉਂਕਿ ਉਹਨਾਂ ਨੇ ਹਮਲਾ ਕੀਤਾ ਕਿਸੇ ਹੋਰ ਦੇਸ਼ ਤੇ। ਇਹ ਕੁਝ ਲੋਕਾਂ ਨੇ ਪ੍ਰੈਸ 'ਚ ਕਿਹਾ ਸੀਗਾ। ਮੇਰੀ ਇੱਕ ਇੰਟਰਵਿਊ ਹੋਈ ਸੀ CNN ਤੇ ਬੇਕੀ ਐਂਡਰਸਨ ਤੇ, ਉਹ ਇੰਟਰਵਿਊ ਵਾਇਰਲ ਹੋ ਗਈ। ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਉਸ ਮੈਡਮ ਨੂੰ ਕਿ ਡੈਮੋਕ੍ਰੈਟਿਕਲੀ ਇਲੈਕਟਿਡ ਸਰਕਾਰ ਜਿਹੜੀ ਹੁੰਦੀ ਹੈ, ਇਟ ਇਜ਼ ਓਨਲੀ ਆਨਸਰੇਬਲ ਟੂ ਇਟਸ ਓਨ ਇਲੈਕਟੋਰੇਟ, ਟੂ ਇਟਸ ਕੰਜ਼ਿਊਮਰ। ਅਗਰ ਤੁਸੀਂ ਕੰਜ਼ਿਊਮਰ ਨੂੰ ਕਹੋਗੇ ਜੀ ਅੱਜ 85 ਰੁਪਏ ਲੀਟਰ ਹੈਗਾ ਪਰ ਹੁਣੇ 250 ਹੋ ਗਿਆ, ਕਿਉਂ? ਕਿਉਂਕਿ ਰਸ਼ੀਆ ਯੂਕਰੇਨ ਦੀ ਵਾਰ ਹੋਈ ਹੈ। ਉਹਨੇ ਕਿਹਾ ਮੈਂ ਕੀ ਲੈਣਾ ਯਾਰ, ਮੈਂ ਤੈਨੂੰ ਇਲੈਕਟ ਕੀਤਾ, ਤੁਸੀਂ ਮੈਨੂੰ ਉਹਦਾ ਫਾਇਦਾ ਦਿਓ। ਤਾਂ 2022-31 ਮਾਰਚ ਤੱਕ ਸਾਡੀ ਇੰਪੋਰਟਸ ਆਫ ਕਰੂਡ ਆਇਲ ਫਰਮ ਰਸ਼ੀਆ ਸਾਡਾ 0.2% ਸੀਗਾ। ਉਹ ਉੜਤਾ ਇੰਨਾ ਹੋ ਗਿਆ ਕਿ ਰਸ਼ੀਆ ਇਜ਼ ਨਾਓ ਦ ਲਾਰਜੈਸਟ ਸਪਲਾयर। किसी नो प्रॉब्लम नहीं है इंडिया तो रशिया तो ऑयल खरीदने दी। तो कुछ प्रेस वाले जो हैं जो वेस्ट के साथ जुड़े हैं, उन्होंने कहा कि वेस्ट सैंक्शन लगे। अरे अगर इंडिया रशिया से तेल लेना बंद कर देगी तो इंडिया फिर बाकी जो सप्लायर्स हैं उनसे लेना पड़ेगा। तो लेना पड़ेगा तो दाम यहाँ से जाके यहाँ तक जाएगा। मैं आपसे सिर्फ यही कह रहा हूँ कि ये जो चीज़ें हैं, मोदी जी ने गुड गवर्नेंस को, गुड पॉलिटिक्स को डिफाइन किया। मोदी जी ने देश में जो पर कैपिटा इनकम था 2014 में उसको डबल किया। और जो मोदी जी की योजनाएं हैं जिस तरह हुन चल रहा है, ये अगले 4-5 साल वी विल बी दी 3rd लार्जेस्ट इकोनॉमी इन द वर्ल्ड एंड साड़ी पर कैपिटा इनकम होर वधेगी। सवाल यह है पंजाब उस ਪ੍ਰਗਤੀ ਨਾਲ ਉਸ ਵਿਕਾਸ ਨਾਲ ਜੁੜੇਗਾ ਕਿ ਨਹੀਂ ਜੁੜੇਗਾ, ਦੈਟ ਇਜ਼ ਦ ਇਸ਼ੂ। ਜਦੋਂ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਇਸ ਇਲੈਕਸ਼ਨ ਨੂੰ ਵੀ ਦੇਖ ਰਹੇ ਹੋ ਔਰ 24 ਦਾ ਇਲੈਕਸ਼ਨ ਵੀ ਪੰਜਾਬ ਦੇ ਵਿੱਚ ਦੇਖ ਰਹੇ ਹੋ। 27 ਵੀ ਹੋ ਸਕਦਾ ਤੁਸੀਂ ਇੰਡੀਪੈਂਡੈਂਟ ਲੜੋ ਜਾਂ ਨਾ, ਉਹ ਅਲੱਗ ਵਿਸ਼ੇ ਹੈਗਾ। ਇੰਡੀਪੈਂਡੈਂਟ ਐਜ਼ ਅ ਬੀਜੇਪੀ ਕੱਲੀ ਬੀਜੇਪੀ ਲੜਾਂਗੇ, ਇੰਡੀਪੈਂਡੈਂਟ ਕੀ ਐਜ਼ ਅ ਬੀਜੇਪੀ ਪਾਰਟੀ ਲੜਾਂਗੇ। ਉਹ ਦੂਜੀ ਗੱਲ ਹੈ, ਅਕਾਲੀ ਦਲ ਆ ਕੇ ਸਾਡੇ ਨਾਲ ਜੁੜ ਜਾਏ, ਉਹ ਦੂਜੀ ਗੱਲ ਹੈ। ਇਹ ਪੋਸੀਬਿਲਿਟੀ ਹੈਗੀ ਇਸ ਮੈਨੂੰ ਚੀਜ਼ ਕੀ ਦੀ? ਪਤਾ ਪੋਸੀਬਿਲਿਟੀ ਹੈ, ਮਤਲਬ ਬੜੇ ਲੋਕ ਆਣਾ ਚਾਹੁੰਦੇ ਨੇ ਸਾਡੇ ਉੱਤੇ, ਵੱਡੇ ਲੀਡਰ ਬੈਠੇ ਨੇ ਜਿਹੜੇ ਆਏ ਨੇ, ਉੱਤੋਂ ਹੋਰ ਵੀ ਆ ਸਕਦੇ ਨੇ। ਜੇ ਅਕਾਲੀ ਦਲ, ਅਗਰ ਅਕਾਲੀ ਦਲ, ਪੁਰੀ ਸਾਹਿਬ, ਜੇ ਅਕਾਲੀ ਦਲ ਆ ਜੇ ਫਿਰ ਗੱਠਜੋੜ ਹੋ ਸਕਦਾ? ਨਹੀਂ ਬੀਜੇਪੀ ਹੋਏਗਾ ਫਿਰ ਉਹ ਤਾਂ ਬੀਜੇਪੀ ਹੋਏਗਾ। ਅਗਰ ਕੋਈ ਆ ਕੇ ਆਦਮੀ ਸਾਡੇ ਨਾਲ ਜੁੜਦਾ ਹੈ, ਸਾਡੇ ਭੈਣ ਜਾਂ ਭਰਾ ਕੋਈ ਆ ਕੇ ਸਾਡੇ ਨਾਲ ਜੁੜਦੇ ਨੇ, ਦੇ ਬਿਕਮ ਮੈਂਬਰ ਆਫ ਦ ਬੀਜੇਪੀ ਨਾ। ਅੱਛਾ, ਬੀਜੇਪੀ ਦੇ ਸਿੰਬਲ ਤੇ ਇਲੈਕਸ਼ਨ ਲੜਨਾ ਪਏਗਾ ਅਗਰ ਆ ਗਿਆ ਤੇ? ਕਿਹੜੇ ਤੁਸੀਂ ਮੇਰੇ ਕੋਲੋਂ ਇਹੋ ਜਿਹੇ ਸਵਾਲ ਪੁੱਛੋ, ਮੈਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਮੇਰਾ ਅੱਜ ਸਵੇਰੇ ਕੋਈ ਪ੍ਰੋਵੋਕ ਹੋਣ 'ਚ ਮੂਡ ਨਹੀਂ ਹੈ, ਬਟ ਇਸ ਲਈ ਮੈਂ ਤੁਸੀਂ ਕਰ ਰਹੇ ਹੋ, ਆਈ ਐਮ ਇੰਜੋਇੰਗ ਦ ਕਨਵਰਸੇਸ਼ਨ। ਮੈਂ ਜਾਣਨਾ ਚਾਹੁੰਦਾ ਸੀਗਾ, ਅਰਬਨ ਡਿਵੈਲਪਮੈਂਟ ਤੁਹਾਡੇ ਵਿਭਾਗ ਵੱਲੋਂ ਪੰਜਾਬ ਨੂੰ ਲੈ ਕੇ ਕੀ ਕੁਝ ਪਲਾਨ ਹੈਗਾ ਕਿ ਪੰਜਾਬ ਨੂੰ ਇਸ ਦਾ? ਮਹਾਰਾਜ ਪੰਜਾਬ ਦੇ ਸਾਰੇ ਪਲਾਨ ਹੈਗੇ। ਪੰਜਾਬ ਇਜ਼ ਅ ਬੈਨੀਫੀਸ਼ੀਅਰੀ ਆਫ ਆਲ ਦ ਸਕੀਮਸ। ਸਾਰੀਆਂ ਸੈਂਟਰਲ ਸਕੀਮ ਜਿਹੜੀਆਂ ਨੇ ਪੰਜਾਬ ਵਿੱਚ ਇੰਪਲੀਮੈਂਟ ਹੋ ਰਹੀਆਂ ਨੇ। ਹੁਣ ਜਿਹੜੀ ਸਮਾਰਟ ਸਿਟੀ ਪ੍ਰੋਜੈਕਟ ਹੈਗਾ ਜਲੰਧਰ ਦਾ, ਪਰ ਜਲੰਧਰ ਦਾ 100 ਟੋਟਲ ਸਮਾਰਟ ਸਿਟੀਜ਼ ਹੈਗੀਆਂ, ਜਲੰਧਰ ਦਾ ਰੈਂਕ ਕੀ ਹੈਗਾ 100 ਵਿੱਚੋਂ 86th। ਤਾਂ ਪੁਆਇੰਟ ਆਈ ਮੇਕਿੰਗ ਇਜ਼, ਉਹ ਅੰਗਰੇਜ਼ੀ ਕਹਿੰਦੇ ਨੇ ਟੇਕਸ 2 ਟੂ ਟੈਂਗੋ। ਮੈਂ ਤਾਂ ਪਲਾਨ ਬਣਾ ਸਕਣਾ, ਪਰ ਤੁਸੀਂ ਮੇਰੇ ਨਾਲ ਡਾਂਸ ਕਰਨਾ ਤਾਂ ਤੁਹਾਨੂੰ ਵੀ ਤਾਂ ਅੱਗੇ ਬੈਠ ਕੇ ਉਨੀ ਮਿਹਨਤ ਕਰਨੀ ਪਏਗੀ। ਹਰਦੀਪੁਰ ਜੀ ਨਮਸਕਾਰ। 2-3 ਗੱਲਾਂ ਹੈਗੀਆਂ। ਇੱਕ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਜਿਹੜੇ ਵਿਦੇਸ਼ ਜਾਣ ਵਾਲੀ ਗੱਲ ਕੀਤੀ ਹੈ, ਜਿਹੜੇ ਸਟੂਡੈਂਟ ਹੈ ਪੰਜਾਬ ਦੇ ਵਿੱਚੋਂ ਹਰ ਸਾਲ 48,000 ਸਟੂਡੈਂਟ ਬਾਹਰ ਜਾ ਰਹੇ ਹੈ ਤੇ ਕਰੀਬ 30,000 ਕਰੋੜ ਰੁਪਏ ਨਾਲ ਲੈ ਕੇ ਜਾ ਰਹੇ ਹੈ ਹਰ ਸਾਲ। ਤੇ ਇਹਦੇ ਲਈ, ਇਹਨੂੰ ਰੋਕਣ ਲਈ ਅੱਜ ਤੱਕ ਕੋਈ ਪ੍ਰਯਾਸ ਨਹੀਂ ਹੋਏ ਕਿਸੇ ਵੀ ਸਟੇਟ ਗਵਰਨਮੈਂਟ, ਚਾਹੇ ਅਕਾਲੀ ਬੀਜੇਪੀ ਆਈ ਤੇ ਚਾਹੇ ਕਾਂਗਰਸ ਸੀ ਤੇ ਚਾਹੇ ਉਹ ਆਮ ਆਦਮੀ ਪਾਰਟੀ ਸੀ। ਇੰਡਸਟਰੀ ਨਹੀਂ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ 1985 ਤੋਂ ਬਾਅਦ RCF ਆਈ ਸੀ 1985 'ਚ, ਉਸ ਤੋਂ ਬਾਅਦ ਇੱਥੇ ਕੋਈ ਵੱਡੀ ਇੰਡਸਟਰੀ ਨਹੀਂ ਆਈ, ਜਿਹਦੇ ਕਰਕੇ ਇਹ ਹਾਲਾਤ ਬਣ ਰਹੇ ਆ। ਲੋਕਾਂ ਨੂੰ ਜਦੋਂ ਕੋਈ ਨਹੀਂ ਦਿਸਦਾ ਤੇ ਉਹ ਫਿਰ ਇਸ ਤਰ੍ਹਾਂ ਦੇ ਸਟੈਪ ਚੱਕਦੇ ਕਿ ਬੱਚਿਆਂ ਨੂੰ ਬਾਹਰ ਭੇਜਦੇ ਆ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਬੀਜੇਪੀ ਕੋਲ ਐਸਾ ਕੋਈ ਪਲਾਨ ਹੈ ਕਿ ਇੱਥੇ ਕੋਈ ਇੰਡਸਟਰੀ ਆ? ਮੈਂ ਤੁਹਾਨੂੰ ਥੈਂਕ ਕਰਨਾ ਚਾਹੁੰਦਾ। ਤੁਸੀਂ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ, ਮੈਂ ਸਮਝਦਾ ਸਭ ਤੋਂ ਵੱਡਾ ਮੁੱਦਾ ਜੋ ਪੰਜਾਬ ਵਿੱਚ ਹੈ ਇਹ ਹੈਗਾ। ਪਰ ਤੁਸੀਂ ਇੱਕ ਵਰਡ ਯੂਜ਼ ਕੀਤਾ, ਬੈਠ ਜਾਓ ਨਾ ਪਲੀਜ਼। ਹਾਂ, ਥੈਂਕ ਯੂ। ਕਿ ਇਹਨੂੰ ਰੋਕਣ ਵਾਸਤੇ ਦੇਖੋ,
ਟਰੈਵਲ ਐਜੂਕੇਸ਼ਨ ਇਹ ਪਰਸਨਲ ਚੋਇਸ ਦੀ ਗੱਲ ਹੈ। ਮੰਨ ਲਓ ਤੁਸੀਂ ਪੰਜਾਬ ਨੂੰ ਛੱਡ ਕੇ ਜਲੰਧਰ ਨੂੰ ਛੱਡ ਕੇ ਤੁਸੀਂ ਜਾ ਕੇ ਅਗਰ ਕਲਕੱਤੇ ਪੜ੍ਹਾਈ ਕਰਨਾ ਚਾਹੁੰਦੇ ਹੋ, ਉਹ ਸਰਕਾਰ ਦਾ ਕੰਮ ਨਹੀਂ ਹੈ ਰੋਕਣਾ, ਮੈਨੂੰ ਲੱਗਦਾ ਸਰਕਾਰ ਨੂੰ ਰੋਕਣਾ ਵੀ ਨਹੀਂ ਚਾਹੀਦਾ, ਪਰ ਸਾਨੂੰ ਮਾਹੌਲ ਇਹੋ ਜਿਹਾ ਪ੍ਰੋਡਿਊਸ ਕਰਨਾ ਚਾਹੀਦਾ ਹੈ ਕਿ ਲੋਕਾਂ ਨੂੰ ਅਗਰ ਉਹ ਪੜ੍ਹਾਈ ਵਾਸਤੇ ਜਾਣਾ ਵੀ ਚਾਹੁੰਦੇ ਨੇ ਬੜੀ ਖੁਸ਼ੀ ਨਾਲ ਜਾਣ। ਅਲਟੀਮੇਟਲੀ ਪੜ੍ਹਾਈ ਵਾਸਤੇ ਜਾ ਰਹੇ ਨੇ ਤਾਂ ਕਿੱਥੇ ਜਾ ਕੇ ਐਡਮਿਸ਼ਨ ਲੈਣਗੇ, ਠੀਕ ਹੈ, ਕੋਈ ਚੰਗੀ ਯੂਨੀਵਰਸਿਟੀ ਹੋਏਗੀ, ਉੱਥੇ ਕੁਝ ਸਿੱਖਣਗੇ, ਉਹ 'ਚੋਂ ਸਿੱਖ ਕੇ ਆਪਣੀਆਂ ਸਕਿੱਲਸ ਨੂੰ ਇੰਪਰੂਵ ਕਰਨਗੇ। ਉਹਦੇ ਬਾਅਦ ਨੋਰਮਲ ਬੱਚਾ ਕੀ ਚਾਹੇਗਾ ਕਿ ਆ ਕੇ ਘਰ ਵਾਪਸ ਆ ਕੇ ਆਪਣੀ ਫੈਮਿਲੀ 'ਚ ਆਏ ਤੇ ਆਪਣੀ ਨਵੀਂ ਐਜੂਕੇਸ਼ਨ ਉਹਨੂੰ ਯੂਜ਼ ਕਰੇ। ਬਟ ਪ੍ਰੋਬਲਮ ਇੱਥੇ ਉਹ ਨਹੀਂ ਹੈ। ਇੱਥੇ ਜੋ ਲੋਕ ਜਾ ਰਹੇ ਨੇ ਇੱਥੋਂ ਨੱਠਣ ਦੀ ਕੋਸ਼ਿਸ਼ ਕਰ ਰਹੇ ਨੇ, ਨੱਠਣ ਦੀ ਕੋਸ਼ਿਸ਼ ਇਹ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਕਿਉਂਕਿ ਲਾਅ ਐਂਡ ਆਰਡਰ ਠੀਕ ਨਹੀਂ ਹੈ। ਹੁਣ ਦੇਖੋ ਪਿਛਲੇ 12-13 ਮਹੀਨੇ 'ਚ ਕੀ ਹੋ ਰਿਹਾ, ਟਾਰਗੇਟਡ ਕਿਲਿੰਗਸ। जब पेरेंट्स ने ना अपने आप घबरा के उन्होंने कहा तुम जाओ, पहले भी भेजना चाहते थे कि उन्होंने गलत फहमी जी कनेडा चल के मुंडा बड़ा सक्सैसफुल हो गया। हुण तो सोशल मीडिया ने ते नैटफ्लिक्स ने सारा जो वो कवर कर रहे हैं। दूजा, अगर लॉ एंड ऑर्डर चंगी होएगी तुहाडे विच इन्वेस्टमेंट होएगी, जदों इन्वेस्टमेंट होएगी अपने आप जॉब्स प्रोड्यूस होणगियां ते असीं किसी प्रॉब्लम नूं एनालाइज करते वी टेक इट एट द ਸਟਾਰਟਿੰਗ ਪੁਆਇੰਟ ਐਟ ਦ ਰੂਟਸ, ਤੇ ਉਹ ਸਾਡੀ ਮੇਜਰ ਫੇਲਿੰਗ ਹੈ ਪੰਜਾਬ ਵਿੱਚ। ਮੈਂ ਕਿਸੇ ਨੂੰ ਫਿੰਗਰ ਪੁਆਇੰਟ ਨਹੀਂ ਕਰ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਕਾਂਗਰਸ ਗਵਰਨਮੈਂਟ ਦੀ ਗੱਲ, ਸਾਰਿਆਂ ਦੀ ਕਲੈਕਟਿਵ ਗਲਤੀ ਹੈ। ਮੈਂ ਆਪਣੇ ਆਪ ਨੂੰ ਕਿਉਂਕਿ ਮੈਂ ਪੋਲੀਟੀਕਲ ਸਿਸਟਮ ਵਿੱਚ ਪਾਰਟਿਸਿਪੈਂਟ ਹਾਂ। ਭਾਰਤੀ ਜਨਤਾ ਪਾਰਟੀ ਕਿਉਂਕਿ ਸਾਡੀ ਡੋਮੀਨੈਂਟ ਵੌਇਸ ਨਹੀਂ ਸੀਗੀ, ਇਹਨਾਂ ਚੀਜ਼ਾਂ ਨੂੰ ਅਸੀਂ ਨਹੀਂ ਰੋਕ ਪਾਏ, ਪਰ ਹੁਣ ਅੱਗੇ ਵਧਦਿਆਂ ਵੀ ਮੈਨੂੰ ਲੱਗਦਾ ਕਿ ਅਗਰ ਇਸ ਚੀਜ਼ ਨੂੰ ਸੋਲਵ ਨਹੀਂ ਕਰਾਂਗੇ, ਕਿੰਨੇ ਕਰੋੜ ਰੁਪਏ ਨਾਲ ਲੈ ਕੇ ਜਾਂਦੇ ਇਜ਼ ਨਾਟ ਦੀ ਇਸ਼ੂ। ਸਭ ਤੋਂ ਵੱਡਾ ਇਸ਼ੂ ਹੈ ਕਿ ਤੁਹਾਡੀ ਜਿਹੜਾ ਇਹ ਸਾਡੀ ਯੂਥ ਜਿਹੜੀ ਹੈਗੀ, ਇਹ ਸਭ ਤੋਂ ਵਧੀਆ ਐਸੈਟ ਯੂਥ ਹੈਗਾ। ਅਸੀਂ ਪੂਰੀ ਜਨਰੇਸ਼ਨ ਖੋ ਦਿੱਤੀ ਹੈ। ਮੇਰੇ ਨਾਲ ਕੁਝ ਲੋਕ ਹੈਗੇ ਜਿਹੜੇ ਫਿਲੈਂਥਰੋਪੀ ਦਾ ਕੰਮ ਕਰਦੇ ਨੇ ਦੁਬਈ 'ਚ, ਉਹਨਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਉਹ ਲੋਕਾਂ ਸਾਡੇ ਬੰਦਿਆਂ ਨੂੰ ਬਲੱਡ ਮਨੀ ਦੇ ਕੇ ਛੁਡਾਇਆ। ਉਹ ਕਿਉਂਕਿ ਜਾਣਦੇ ਨੇ ਉਹ ਪਾਸਪੋਰਟ ਰੱਖ ਲੈਂਦੇ ਨੇ, ਏਜੰਟ ਦੇ ਥਰੂ ਜਾ ਕੇ ਪਾਸਪੋਰਟ ਆਪਣੇ ਕੋਲ ਰੱਖ ਲੈਣਗੇ, ਉਹ ਜਾ ਕੇ ਪਾਸਪੋਰਟ ਹੋਏਗਾ ਨਹੀਂ, ਉਹਦੇ ਬਾਅਦ ਕਹੇ ਜੀ ਤੁਸੀਂ ਇਲੀਗਲ ਹੋ ਗਏ ਹੋ 12 ਦਿਨ ਦੇ ਵੀਜ਼ਾ ਤੇ ਜਾ ਕੇ ਜਾਂ ਸ਼ਾਰਟ ਟਰਮ ਵੀਜ਼ਾ ਤੇ ਜਾ ਕੇ। ਤਾਂ ਇਹ ਸਾਰੀਆਂ ਪ੍ਰੋਬਲਮਸ ਸੁਸਾਇਟੀ ਦੀਆਂ ਪ੍ਰੋਬਲਮਸ ਨੇ। ਤੇ ਮੈਂ ਤੁਹਾਨੂੰ ਇੱਕ ਹੀ ਬੇਨਤੀ ਕਰਨਾ, ਭਾਰਤੀ ਜਨਤਾ ਪਾਰਟੀ ਜਿਹੜੀ ਵੈਲਿਊ ਬੇਸਡ ਪਾਰਟੀ ਹੈ ਉਹ ਇਹੋ ਜਿਹੀਆਂ ਪ੍ਰੋਬਲਮਸ ਨੂੰ ਐਡਰੈਸ ਕਰ ਸਕਦੀ ਹੈ। ਬਾਕੀਆਂ ਨੂੰ ਇੰਟਰਸਟ ਹੀ ਨਹੀਂ ਹੈ। ਉਹ ਕਹਿੰਦੇ ਨਸ਼ਾ ਮੁਕਤੀ ਕਰਾ ਦੇंगे, ਤੁਹਾਡੀ ਭੈਣਾਂ ਨੂੰ 1000 ਰੁਪਏ ਦਿਲਵਾ ਦੇंगे, ਉਹ ਕਰਨਗੇ ਕੁਝ ਵੀ ਨਹੀਂ। ਪੁਰੀ ਸਾਹਿਬ ਆਖਰੀ ਇੱਕ ਸਵਾਲ ਲੈਣਾ, ਪਰ ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਕਮੈਂਟ ਤੁਹਾਡੇ ਕੋਲ ਲੈਣਾ। ਤੁਸੀਂ ਪੰਜਾਬ 'ਚ ਟਾਰਗੇਟ ਕਿਲਿੰਗ ਦਾ ਜ਼ਿਕਰ ਕੀਤਾ ਹੈਗਾ, ਔਰ ਜਿਹੜੇ ਲੋਕ ਵਿਦੇਸ਼ ਜਾ ਕੇ ਬੈਠ ਗਏ। ਪਿੱਛੇ ਜੇ ਇੱਕ NIA ਦੀ ਲਿਸਟ ਆਈ ਸੀ ਜਿਸ ਦੇ ਵਿੱਚ 23-24 ਗੈਂਗਸਟਰਸ ਦਾ ਨਾਮ ਸੀਗਾ, ਜਿਸ ਦੇ ਵਿੱਚ ਪੰਜਾਬ ਨਾਲ ਜੁੜੇ ਹੋਏ ਵੀ ਕੁਝ ਲੋਕ ਸੀਗੇ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ ਜਿਹੜੇ ਅਲੱਗ-ਅਲੱਗ ਕੰਟਰੀਜ਼ 'ਚ ਬੈਠੇ ਹੋਏ ਨੇ। ਕੀ ਗਵਰਨਮੈਂਟ ਆਫ ਇੰਡੀਆ ਉਹਨਾਂ ਦੀ ਐਕਸਟ੍ਰੈਡੀਸ਼ਨ ਦੀ ਕੋਈ ਕੋਸ਼ਿਸ਼ ਕਰ ਰਹੀ ਹੈ ਕਿ ਘੱਟੋ ਘੱਟ ਉਹਨਾਂ ਨੂੰ ਵਾਪਸ ਲਿਆਂਦਾ ਜਾਏ? ਮੋਸਟਲੀ ਵੱਡੇ ਲੋਕ ਵੱਡੇ ਤੱਕ ਕੈਨੇਡਾ 'ਚ ਬੈਠੇ ਨੇ। 100%। ਇਹ ਮੈਂ ਹੋਮ ਮਿਨਿਸਟਰੀ ਨੇ ਹੈਗਾ, ਪਰ ਮੈਂ ਤੁਹਾਨੂੰ ਪੂਰੇ ਕੌਨਫੀਡੈਂਸ ਨਾਲ ਕਹਿਣਾ, ਇਹ ਜੋ ਸਾਡੇ ਹੋਮ ਮਿਨਿਸਟਰ ਸਾਹਿਬ ਹੈਗੇ ਔਰ ਇਹ ਜਿਹੜੀ ਪ੍ਰੋਬਲਮ ਹੈ ਬਹੁਤ ਸੀਰੀਅਸਲੀ ਲਿੱਤੀ ਜਾ ਰਹੀ ਹੈ ਤੇ ਇਸ ਤੇ ਤੁਸੀਂ ਰਿਜ਼ਲਟਸ ਦੇਖੋਗੇ, ऑलरेडी देख रहे हो। ऑडियंस से सवाल। नमस्कार सर, आपने राज्यसभा मेंबर के तौर पर पंजाब या चंडीगढ़ से कोई गांव गोद क्यों नहीं लिया? हाँ जी, मैंने क्यों नहीं लिया? मैंने लिया है। कौन सा सर? मैंने अच्छा आपको नहीं क्योंकि मैं अपने आप को एडवर्टाइज नहीं करता। जो मैं एक अमृतसर डिस्ट्रिक्ट में है एक मुद्दल गांव, वहाँ पे मैंने उसको गोद लिया था और मैंने उसको गोद लिया था। वहाँ पे मैंने सारी जो वहाँ पे गांव के अंदर सड़कें वो पक्की करवा दी थी। मैंने क्या उन लाइट्स को क्या कहते हैं भाई, वो LED लाइट्स लगवा दी थी। और मुझे बड़ी इंटरेस्टिंग लगा, मैंने चेक किया कि मेरे जो काम करने से पहले लैंड वैल्यू क्या थी, उसके बाद लैंड वैल्यू क्या थी, एकदम अप्रीशिएट कर गई, तो मैंने लिया हुआ गाँव। ਨਮਸਕਾਰ ਸਰ, ਪਿਛਲੀ ਵਾਰ ਕੰਕਲੇਵ 'ਚ ਤੁਸੀਂ ਕਿਹਾ ਸੀਗਾ ਵੀ ਪੰਜਾਬ ਦਾ ਕਰਜ਼ਾ ਸਿਰਫ BJP ਕਰ ਸਕਦਾ ਹੱਲ, ਸੋਲੂਸ਼ਨ ਕਰ ਸਕਦਾ BJP ਪੰਜਾਬ ਦਾ ਜਿਹੜਾ ਕਰਜ਼ਾ ਵਾ ਕਰ ਦਿੰਦਾ। ਉਹ ਕਹਿੰਦੇ ਕਿ ਪੰਜਾਬ ਦਾ ਜਿਹੜਾ ਕਰਜ਼ਾ ਹੈਗਾ
ਪਿਛਲੇ ਵਾਰੀ ਤੁਸੀਂ ਇਲੈਕਸ਼ਨਸ ਦੇ ਦੌਰਾਨ ਕਿਹਾ ਸੀਗਾ ਕਿ ਪੰਜਾਬ ਦੇ ਸਿਰ ਜਿਹੜਾ ਕਰੀਬ 3 ਲੱਖ ਕਰੋੜ ਦਾ ਕਰਜ਼ਾ ਚੜਿਆ ਹੋਇਆ ਉਹਦਾ ਹੱਲ ਸਿਰਫ ਬੀਜੇਪੀ ਹੀ ਕਰ ਸਕਦੀ ਹੈ। ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਇੰਤਜ਼ਾਰ ਕਰਨਾ ਪਏਗਾ ਕਿ ਜਦੋਂ ਬੀਜੇਪੀ ਆਏਗੀ ਉਦੋਂ ਹੱਲ ਹੋਏਗਾ, ਜਾਂ ਇਸ ਤਰ੍ਹਾਂ ਵੀ ਕੁਝ ਹੋ ਸਕਦਾ? ਮੈਂ ਕਿਹਾ ਹੀ ਨਹੀਂ ਸੀਗਾ ਇਹੋ ਜੀ ਗੱਲ। ਮੈਂ ਜੋ ਕਿਹਾ ਸੀ ਉਹ ਮੈਂ ਦੱਸ ਰਿਹਾ ਤੁਹਾਨੂੰ। ਸੋ ਮੈਂ ਕੋਈ ਇਹ ਨਹੀਂ ਕਿਹਾ ਸੀ ਕਿ ਪੰਜਾਬ ਦਾ ਕਰਜ਼ਾ ਅਸੀਂ ਮਾਫ ਕਰ ਦਿਆਂਗੇ। ਇਸ ਲਈ ਨਹੀਂ ਕਿਹਾ ਸੀਗਾ ਕਿਉਂਕਿ ਇਹ ਤਾਂ ਮਹਾ ਮੂਰਖਤਾ ਹੋਏਗੀ। ਕਰਜ਼ਾ ਤੁਸੀਂ ਉਠਾਓ ਤਾਂ ਮਾਫ ਅਸੀਂ ਕਰ ਦਈਏ ਨਾ। ਮੈਂ ਕਿਹਾ ਜੋ ਸੀ ਉਹ ਦੱਸਣਾ। ਜਦੋਂ ਪੰਜਾਬ ਦੇ ਚੁਣਾਵ ਹੋ ਰਹੇ ਸੀਗੇ, ਸਾਡਾ ਬਜਟ ਪ੍ਰੈਜ਼ੈਂਟ ਹੋਇਆ ਸੀ ਨਵਾਂ ਉਹਦੇ ਜਿਹੜਾ ਕੈਪੀਟਲ ਐਕਸਪੈਂਡੀਚਰ ਦਾ ਬਜਟ ਸੀਗਾ ਨਾ, ਉਹ ਬਹੁਤ ਵਧਾਤਾ ਸੀਗਾ। ਚਾਹੇ 3 ਲੱਖ ਕਰੋੜ ਤੋਂ 5 ਲੱਖ ਕਰੋੜ ਜਾਂ 7 ਲੱਖ ਕਰੋੜ ਕਰਤਾ ਸੀਗਾ। ਤੇ ਉਹਨਾਂ ਨੇ ਮੈਂ ਇਹ ਕਿਹਾ ਸੀਗਾ ਕਿ ਦੇਖੋ ਸੈਂਟਰ ਦੀ ਤਰਫੋਂ ਕੈਪੀਟਲ ਐਕਸਪੈਂਡੀਚਰ ਵਾਸਤੇ, ਵੱਡੇ ਪ੍ਰੋਜੈਕਟਸ ਵਾਸਤੇ ਪੈਸਾ ਹੈਗਾ। ਅਗਰ ਪੰਜਾਬ ਗਵਰਨਮੈਂਟ ਚਾਹੇ ਤੇ ਇਸ ਰਿਸੋਰਸ ਨੂੰ ਯੂਜ਼ ਕਰ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਤੁਹਾਡਾ ਕਰਜ਼ਾ ਮੈਂ ਮਾਫ ਕਰੇ ਤਾਂ ਬੜਾ ਵਧੀਆ ਬੈਂਕਿੰਗ ਸਿਸਟਮ ਹੋਏਗਾ। ਕਰਜ਼ਾ ਮੈਂ ਉਠਾਵਾਂ ਤੇ ਮਾਫ ਤੁਸੀਂ ਪੈਸਾ ਤੁਸੀਂ ਪੂਰਾ ਕਰ ਦਿਓ। ਠੀਕ ਹੈ ਪੁਰੀ ਸਾਹਿਬ, ਲਾਸਟ ਸਵਾਲ। ਇੰਨੀ ਵੱਡੀ ਸਰਵਿਸਿਜ਼ ਦੇ ਵਿੱਚ ਤੁਸੀਂ ਰਹੇ, ਫਿਰ ਪੋਲਿਟਿਕਸ 'ਚ ਜਾਣ ਦਾ ਡਿਸੀਜਨ ਹੈ ਨਾ, ਇਹ ਕਿਉਂ? ਮੈਂ ਤੁਹਾਨੂੰ ਦੋ ਚੀਜ਼ਾਂ ਕਹਿਣਾ। ਪੋਲਿਟਿਕਸ ਦੇ ਵਿੱਚ ਦੇਖੋ, ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਲੋਕ ਪੋਲਿਟਿਕਸ ਦੇ ਵਿੱਚ ਪਾਵਰ ਇੰਜੋਏ ਕਰਨਾ ਚਾਹੁੰਦੇ ਨੇ। ਬਹੁਤ ਸਾਰੇ ਲੋਕਾਂ ਦੀ ਖਾਹਿਸ਼ ਹੁੰਦੀ ਹੈ। ਪਹਿਲੀ ਗੱਲ ਤਾਂ ਮੋਦੀ ਜੀ ਦੀ ਸਰਕਾਰ ਵਿੱਚ ਕਿਸੇ ਪੋਲੀਟੀਸ਼ੀਅਨ ਕੋਲ ਪਾਵਰ ਨਹੀਂ ਹੈ। ਤੁਸੀਂ ਜਿਹੜੇ ਉਹਨਾਂ ਦਾ ਸਟਾਈਲ ਕੰਮ ਕਰਨ ਦਾ, ਖੁਦ ਉਹ 24 ਘੰਟੇ 'ਚੋਂ 18-19 ਘੰਟੇ ਕੰਮ ਕਰਦੇ ਨੇ, ਟਾਰਗੇਟਿਡ ਹੈ, ਹੀ ਇਜ਼ ਔਨ ਦ ਮੂਵ ਆਲ ਦ ਟਾਈਮ। ਤੇ ਪਾਵਰ ਨਾਂ ਦੀ ਕੋਈ ਚੀਜ਼ ਨਹੀਂ ਇੱਥੇ। ਮੈਂ ਦੱਸਣਾ, ਅਗਰ ਤੁਸੀਂ ਕੁਝ ਕੰਟਰੀਬਿਊਸ਼ਨ ਕਰ ਸਕਦੇ ਹੋ ਤੇ ਤੁਹਾਡੀ ਕੋਈ ਯੂਟਿਲਿਟੀ ਹੈ, ਮੰਨ ਕੇ ਚਲੋ ਤੁਸੀਂ ਪੋਲਿਟਿਕਸ 'ਚ ਤੁਹਾਡੇ ਵਾਸਤੇ ਜਗ੍ਹਾ ਹੈਗੀ। ਅਗਰ ਮੈਂ ਸਮਝਦਾ ਕਿ ਇਹ ਜੋ ਪੁਰਾਣੇ ਜ਼ਮਾਨੇ ਦੀ ਪੋਲਿਟਿਕਸ ਹੁੰਦੀ, ਜਿਸ ਤਰ੍ਹਾਂ ਕਾਂਗਰਸ ਦੇ ਮੰਤਰੀ ਹੁੰਦੇ ਸੀਗੇ, ਹਾਂ, ਜਾਂ ਉਹ ਆਮ ਆਦਮੀ ਪਾਰਟੀ ਦੇ, ਉਹਨਾਂ ਦੇ 2 ਤੇ ਅੰਦਰ ਪਏ ਨਾ ਤਿਹਾਰ 'ਚ ਕਿੰਨੇ ਨੇ? 2 ਨੇ 3 ਨੇ? 2 ਨੇ। ਹਾਂ, ਉਹ ਦੂਸਰੀ ਕਿਸਮ ਦੀ ਪਾਵਰ ਹੈ। ਉਹ ਲੋਕਾਂ ਨੂੰ ਬੇਵਕੂਫ बनाओ। हाँ जी, ये कर रहे हैं, ये वो हो रहा है, और जी हाँ हो जाएगा, काम हो जाएगा, 25% हमें दे देना पहले आके। भाई ये वो है नहीं, ये सिस्टम वो नहीं है। यहाँ टेक्नोलॉजी के माध्यम से अपने सारी इंफॉर्मेशन जो है पब्लिक डोमेन में है। कोई भी डिसीजन होता है वो पब्लिक में। डिग्री ऑफ सेटिस्फैक्शन इस काम में ज़्यादा है। प्रोफेशनल डिप्लोमेट, मेरी प्रोफेशनल डिप्लोमेसी कहा रही है। मैंने श्रीलंका में एक टेररिस्ट के साथ नेगोशिएट करना, वो भी अलग किस्म की डिप्लोमेसी। हर एक चाहे वो नौकरी हो या अपना आप कोई जर्नलिज्म कर रहे हैं या प्राइवेट बिजनेस कर रहे हैं, हर एक चीज़ में अगर आप उसको ढंग से करेंगे तो आपको एक डिग्री ऑफ पर्सनल सेटिस्फैक्शन मिलेगी। बहुत बहुत धन्यवाद हरदीप पुरी साहब। ਸੈਸ਼ਨ ਹਰਦੀਪ ਪੁਰੀ ਕੇਂਦਰੀ ਮੰਤਰੀ ਜਲੰਧਰ ਇਲੈਕਸ਼ਨਸ ਦੇ ਵਿੱਚ ਕੈਂਪੇਨ ਕਰ ਰਹੇ ਨੇ। ਇਹਨੇ ਦਿਨੀ ਬੀਜੇਪੀ ਦੇ ਲਈ ਚੈਲੰਜ ਹੈਗਾ ਕਿ ਆਪਣੀ ਸਿਆਸੀ ਜ਼ਮੀਨ ਕਿਸ ਤਰ੍ਹਾਂ ਦੇ ਨਾਲ ਸਿਕਿਉਰ ਕਰੇ। ਜਲੰਧਰ ਇਲੈਕਸ਼ਨ ਦੇ ਜ਼ਰੀਏ ਦਰਅਸਲ ਬੀਜੇਪੀ ਜਾਂ ਦੂਸਰੀ ਨੈਸ਼ਨਲ ਪਾਰਟੀਜ਼ 2024 ਦੀ ਜ਼ਮੀਨ ਸਾਧਨ ਦੀ ਕੋਸ਼ਿਸ਼ ਕਰ ਰਹੇ ਨੇ। ਕੌਣ ਸਕਸੈਸਫੁਲ ਹੋਏਗਾ, ਆਖਿਰ ਦੇ ਵਿੱਚ ਜਿਹੜਾ ਫੈਸਲਾ ਉਹ ਵੋਟਰਸ ਨੇ ਕਰਨਾ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।